गुड मॉर्निंग स्टूडेंट्स। ਅੱਜ ਦਾ ਜਿਹੜਾ ਆਪਣਾ ਚੈਪਟਰ ਚੱਲ ਰਿਹਾ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਆਪਾਂ ਨਾਲ ਕਰ ਰਹੇ ਹਾਂ ਪੀਰੀਓਡਿਕ ਟੇਬਲ ਦਾ ਕਲਾਸੀਫਿਕੇਸ਼ਨ ਦਾ। ਉਹਦਾ ਅੱਜ ਅਸੀਂ ਦੂਸਰੀ ਪ੍ਰੋਪਰਟੀ ਪੜਨ ਜਾ ਰਹੇ ਹਾਂ, ਵੈਰੀ ਵੈਰੀ ਇੰਪੋਰਟੈਂਟ ਪ੍ਰੋਪਰਟੀ। ਆਪਣਾ ਚੈਪਟਰ ਵੀ 1-2 ਦਿਨ ਦਾ ਰਹਿ ਗਿਆ, ਫਿਰ ਕਲੋਜ਼ ਖਤਮ ਹੋ ਜਾਣਾ ਆਪਣਾ। ਪਹਿਲੀ ਪ੍ਰੋਪਰਟੀ ਰਹੀ ਆਪਾਂ ਸਾਈਜ਼ ਦੀ ਕੀਤੀ, ਠੀਕ ਹੈ, ਪੀਰੀਓਡਿਕ ਟੇਬਲ ਦੇ ਵਿੱਚ। ਔਰ ਦੋ ਤਰ੍ਹਾਂ ਅਸੀਂ ਪੀਰੀਓਡਿਕ ਟੇਬਲ ਵਿੱਚ ਪ੍ਰੋਪਰਟੀ ਨੂੰ ਪੜਿਆ ਸੀਗਾ। ਸਾਈਜ਼ ਅਸੀਂ ਚੈੱਕ ਕੀਤਾ from moving from left to right in a period। ਉਹਦੇ ਵਿੱਚ ਅਸੀਂ ਯਾਦ ਰੱਖਣਾ ਹੁਣ ਕਿ ਸਾਈਜ਼ ਘਟਦਾ ਜਾਂਦਾ ਆ। ਰੀਜ਼ਨ ਸਾਡੇ ਕੋਲ ਕਲੀਅਰ ਹੈਗੇ ਆ ਕਿ ਸਾਡੇ ਕੋਲ ਨਿਊਕਲੀਅਰ ਚਾਰਜ ਵੱਧ ਰਿਹਾ, ਸਾਡੇ ਕੋਲ ਸ਼ੈਲ ਇਨਕਰੀਜ਼ ਨਹੀਂ ਹੋ ਰਿਹਾ, ਸਾਡੇ ਕੋਲ ਕੋਈ ਨਵੀਂ ਸਕਰੀਨ ਨਹੀਂ ਬਣ ਰਹੀ, ਨਿਊਕਲੀਅਰ ਚਾਰਜ ਦਾ ਇਫੈਕਟ ਜਿਹੜਾ ਹੈ ਉਹ ਡੋਮੀਨੇਟ ਕਰ ਰਿਹਾ, ਇਸ ਲਈ ਸਾਈਜ਼ ਛੋਟਾ ਹੁੰਦਾ ਜਾ ਰਿਹਾ। ਨਿਊਕਲੀਅਰ ਚਾਰਜ ਦਾ ਮੀਨਿੰਗ ਕੀ ਯਾਦ ਰੱਖੋਗੇ? ਅਟਰੈਕਸ਼ਨ, ਕਿ ਉਹ जी न्यूक्लियस है जोड़ा उसका पॉजिटिव चार्ज है जोड़ा बाहरले इलैक्ट्रॉन्स को अट्रैक्ट कर रहा है और साइज छोटा हो रहा है। लेकिन जो असीं मूव करांगे फ्रॉम टॉप टू बॉटम, यानी कि आपां उपर तो नीचे वाल जावांगे, उस वक्त असीं ये ध्यान च रखांगे कि हुण एटॉमिक नंबर जंप दे नाल वध रहा है। जदों लैफ्ट राइट मूव करदे हो एक एक दा फर्क आंदा, जदों तुसीं उपर थल्ले जाओगे तां 8-8 दा जंप आंदा। सो उस दे करके शैल नवा बनना शुरू हो जाता, ਉਹਦੇ ਨਾਲ ਸਕਰੀਨ ਬਣ ਜਾਂਦੀ ਹੈ, ਉਹਦੇ ਨਾਲ ਨਿਊਕਲੀਅਰ ਚਾਰਜ ਦਾ ਇਫੈਕਟ ਘਟਦਾ ਹੈ। ਇਹ ਨਹੀਂ ਕਿ ਨਿਊਕਲੀਅਰ ਚਾਰਜ ਵੱਧਦਾ ਨਹੀਂ ਹੈ, ਵੱਧਦਾ ਹੈ, ਲੇਕਿਨ ਉਹਦਾ ਅਸਰ ਸਾਡੀਆਂ ਜਿਹੜੀਆਂ ਸ਼ੈਲ ਵਧਣ ਦੇ ਨਾਲ ਉਹਦਾ ਅਸਰ ਘਟਦਾ ਆ। ਇਸ ਵਜ੍ਹਾ ਦੇ ਨਾਲ ਸ਼ੈਲ ਇਨਕਰੀਜ਼ ਡੋਮੀਨੈਂਟ ਹੋ ਜਾਂਦੇ ਹੈ, ਸਕਰੀਨ ਬਣਨੀ ਡੋਮੀਨੇਟ ਹੋ ਜਾਂਦੀ ਹੈ ਔਰ ਨਿਊਕਲੀਅਰ ਚਾਰਜ ਦੇ ਅਸਰ ਨੂੰ ਖਤਮ ਕਰਦੀ ਹੈ, ਕੈਂਸਲ ਕਰਦੀ ਹੈ, ਜਿਹਦੀ ਵਜ੍ਹਾ ਦੇ ਨਾਲ ਸਾਈਜ਼ ਇਨਕਰੀਜ਼ ਕਰਦਾ। ਸੋ ਇਹ ਪੁਆਇੰਟ ਆਪਾਂ ਪੂਰੇ ਚੈਪਟਰ 'ਚ ਯਾਦ ਰੱਖਾਂਗੇ ਕਿ ਸਾਈਜ਼ ਦੇ ਨਾਲ ਹਰ ਪ੍ਰੋਪਰਟੀ ਜੁੜੀ ਹੋਈ ਆ। ਸਾਈਜ਼ ਲੈਫਟ ਟੂ ਰਾਈਟ ਡਿਕਰੀਜ਼ ਕਰੇਗਾ, टॉप टू बॉटम इनक्रीज करेगा, ਉਹਦੇ ਨਾਲ ਬਾਕੀ ਪ੍ਰੋਪਰਟੀਜ਼ ਦਾ ਆਨਸਰ ਆਏਗਾ। ਹੁਣ ਜਿੱਦਾਂ ਅੱਜ ਮੈਂ ਜਿਹੜੀ ਪ੍ਰੋਪਰਟੀ ਕਰਾਉਂਗੀ, ਅਗਰ ਤੁਹਾਨੂੰ ਸਾਈਜ਼ ਦੀ ਇਹ ਚੀਜ਼ ਯਾਦ ਹੋਏਗੀ ਤਾਂ ਤੁਸੀਂ ਇਹ ਪ੍ਰੋਪਰਟੀ ਖੁਦ ਕਰ ਸਕਦੇ ਹੋ। ਦੇਖੋ ਕਿੱਦਾਂ। ਅੱਜ ਦੀ ਪ੍ਰੋਪਰਟੀ ਦਾ ਨਾਮ ਹੈ ਰਾਜੇ ਆਇਓਨਾਈਜੇਸ਼ਨ ਇੰਥੈਲਪੀ। इस इंथैल्पी का नाम है पहले भी लै चुके हैं कि आयोनाइजेशन इंथैल्पी इज दैट एनर्जी। इंथैल्पी मीन्स ये एनर्जी है, ताकत आ, ठीक है, इन द फॉर्म ऑफ आप एनर्जी हीट की फॉर्म च दे रहे हैं, किसी भी फॉर्म च दे रहे हैं, यानी ये एनर्जी है जी असी यूज़ करते हैं। सो ये एनर्जी कि एनर्जी है? ये वो एनर्जी है जी सानू ਜਦੋਂ ਸਾਡਾ ਐਟਮ ਬਣਿਆ ਹੁੰਦਾ ਹੈ ਉਹਦੇ ਵਿੱਚ ਸ਼ੈਲਸ ਬਣੇ ਹੁੰਦੇ ਆ, ਤਾਂ ਅਸੀਂ ਅੰਦਰ ਵਾਲੇ ਸ਼ੈਲ ਵਾਲੇ ਇਲੈਕਟ੍ਰੋਨਸ ਨੂੰ ਨਹੀਂ ਛੇੜ ਸਕਦੇ ਕਿਉਂਕਿ ਉਹ ਤਾਂ ਸਟੇਬਲ ਹੁੰਦੇ ਆ ਨਾ ਔਰ ਅਟਰੈਕਸ਼ਨ 'ਚ ਹੁੰਦੇ ਆ। ਆਪਾਂ ਸਿਰਫ ਬਾਹਰਲੇ ਚੱਕਰ ਦੇ ਨਾਲ ਹੀ ਡੀਲ ਕਰਦੇ ਹਾਂ। ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਸਾਰੀਆਂ ਪ੍ਰੋਪਰਟੀਜ਼ ਸਾਡੇ ਸਿਰਫ ਵੈਲੈਂਸ ਸ਼ੈਲ ਨਾਲ ਹੀ ਜੁੜੀਆਂ ਹੋਈਆਂ। मतलब कोई भी चीज़ आप अंदर वाली चीज़ नाल डिपेंड नहीं करती। जिन्ने साडे कोल शैल बनी जाएंगे उस आउटरमोस्ट शैल दे विच जो इलैक्ट्रॉन्स होंगे हर प्रॉपर्टी का आंसर वो देंगे और उन्हां दा ही लैन देन पॉसिबल है। अंदर वाले इलैक्ट्रॉन्स कंप्लीट होके पे होंदे आ, उन्हां नूं ना तां असीं निकाल सकते हैं ना उहदे विच असीं एडिशन कर सकते हैं। सो आउटरमोस्ट शैल का नाम है वैलेंस शैल। हर प्रॉपर्टी पढ़न लगे वैलेंस शैल नूं याद रखना। ਹੁਣ ਆਇਓਨਾਈਜੇਸ਼ਨ ਇੰਥੈਲਪੀ ਕੀ ਇੰਥੈਲਪੀ ਹੈ? ਇਲੈਕਟ੍ਰੋਨ ਨੂੰ ਬਾਹਰ ਕੱਢਣ ਦੀ ਹੈ ਇੰਥੈਲਪੀ, એનર્ਜੀ। ਇੱਕ ਇਲੈਕਟ੍ਰੋਨ ਨੂੰ ਤੁਸੀਂ ਐਟਮ ਦੇ ਬਾਹਰਲੀ ਸ਼ੈਲ ਦੇ ਵਿੱਚੋਂ ਰਿਮੂਵ ਕਰਨਾ ਚਾਹੁੰਦੇ ਆ, ਬਾਹਰ ਨਿਕਾਲਣਾ ਚਾਹੁੰਦੇ ਆ, ਜਾਂ ਉਹਨੂੰ ਐਕਸਾਈਟ ਕਰਵਾਉਣਾ ਚਾਹੁੰਦੇ ਆ, ਕੁਝ ਵੀ ਆਪਾਂ ਉਹਨੂੰ ਅੱਗੇ ਸ਼ਿਫਟ ਕਰਨਾ ਚਾਹੁੰਦੇ ਆ ਜਾਂ ਉਹਨੂੰ ਨਿਕਾਲਣਾ ਚਾਹੁੰਦੇ ਆ, ਨਿਕਾਲਣਾ ਹੀ ਵਰਡ ਆਪਾਂ ਯੂਜ਼ ਕਰ ਸਕਦੇ ਆ। ਉਸ ਦੇ ਵੇਲੇ ਜਿਤਨੀ ਅਮਾਊਂਟ ਆਫ એનર્ਜੀ ਇਜ਼ ਰਿਕੁਆਇਰਡ दैट इज कॉल्ड एज आयनाइजेशन इंथैल्पी। ਹੁਣ ਇਹ ਯਾਦ ਰੱਖਣਾ ਕਿ ਰਿਮੂਵਲ ਆਫ ਇਲੈਕਟ੍ਰੋਨ ਹੈ ਜਿਹੜਾ ਇਟ ਵਿਲ ਬੀ ਪੋਸੀਬਲ ਫਰੋਮ ਓਨਲੀ ਵੈਲੈਂਸ ਸ਼ੈਲ, ਆਊਟਰਮੋਸਟ ਸ਼ੈਲ। ਅੰਦਰੋਂ ਨਹੀਂ ਨਿਕਲੇਗਾ ਇਲੈਕਟ੍ਰੋਨ ਕਿਉਂਕਿ ਅੰਦਰ ਵਾਲੇ ਇਲੈਕਟ੍ਰੋਨਸ ਕੰਪਲੀਟ ਸ਼ੈਲ ਕਰ ਚੁੱਕੇ ਆ। ਜਾਂ ਪਹਿਲਾ ਸ਼ੈਲ ਕੰਪਲੀਟ ਹੁੰਦਾ ਤਾਂ ਦੂਸਰਾ ਬਣਦਾ। ਕਦੇ ਵੀ ਇਦਾਂ ਨਹੀਂ ਹੁੰਦਾ ਕਿ ਅੰਦਰ ਵਾਲੇ ਇਨਕੰਪਲੀਟ ਹੈ ਤੇ ਬਾਹਰਲਾ ਬਣਨਾ ਸ਼ੁਰੂ ਹੋ ਗਿਆ ਜਾਂ ਇਲੈਕਟ੍ਰੋਨਸ ਬਾਹਰਲੇ 'ਚ ਫਿਲ ਹੋ ਗਏ। ਨੋ, ਇਹ ਰੂਲ ਹੈ। जब तक कि असी अंदर वाले शैल्स को कंप्लीट नहीं करते असी उस तो अगले शैल च इलैक्ट्रॉन की फिलिंग नहीं कर सकते। क्लीयर है ना? सो हुण इत्थे पता लग गया कि आयनाइजेशन इंथैल्पी इज द इंथैल्पी टू रिमूव द इलैक्ट्रॉन। वो इलैक्ट्रॉन जिहड़ा मोस्ट लूजली बाउंड हुंदा, मीनिंग कि ये इलैक्ट्रॉन अट्रैक्शन दे विचों सब तो परे हुंदा आ, घट अट्रैक्शन च हुंदा, लूजली बाउंड कहंदे हन। और गैशियस स्टेट ਦੇ ਵਿੱਚ ਆਪਾਂ ਜਦੋਂ ਐਟਮ ਹੋਊਗਾ ਨਾ ਉਦੋਂ ਨਿਕਾਲਾਂਗੇ ਕਿਉਂਕਿ ਗੈਸ ਸਟੇਟ ਦੇ ਵਿੱਚ ਜਿਹੜੀ ਆ
ਲਿਕੁਇਡ ਤੇ ਸੋਲਿਡ ਨਾਲੋਂ ਗੈਸ ਸਟੇਟ ਦੇ ਵਿੱਚ ਐਟਮਸ ਤੋਂ ਇਲੈਕਟ੍ਰੋਨ ਨਿਕਾਲਣੇ ਈਜ਼ੀ ਹੋਣਗੇ। So it is the amount of energy which is required to remove the most loosely bound electron from the outermost valence shell in the gaseous state of atom. Okay, clear na? So this is called ionization enthalpy. ਹੁਣ ionization enthalpy ਜਿਹੜੀ ਹੈਗੀ ਰਾਜੇ, ionization enthalpy ਦੀ definition ਅਸੀਂ ਕਰ ਲਈ, it is always positive। ਹੁਣ ਇਹ ਧਿਆਨ 'ਚ ਤੁਸੀਂ ਰੱਖਣਾ ਹੈ, ਨਵੀਂ ਚੀਜ਼ ਸਿੱਖਣੀ ਹੈ ਰਾਜੇ। ਪੋਜ਼ਿਟਿਵ ਦਾ ਮਤਲਬ ਇਹ ਹੁੰਦਾ ਕਿ ਇਹ એનર્ਜੀ ਸਾਨੂੰ ਦੇਣੀ ਪੈਂਦੀ ਹੈ। ਇਲੈਕਟ੍ਰੋਨ ਨੂੰ ਅਗਰ ਅਸੀਂ ਬਾਹਰ ਨਿਕਾਲਣਾ ਚਾਹੁੰਦੇ ਹਾਂ ਤਾਂ ਕਦੇ ਵੀ એનર્ਜੀ ਰਿਲੀਜ਼ ਨਹੀਂ ਹੁੰਦੀ। એનર્ਜੀ ਦੋ ਤਰ੍ਹਾਂ ਹੋ ਸਕਦੀ ਹੈ, ਜਾਂ ਤਾਂ એનર્ਜੀ ਚੀਜ਼ ਨੂੰ ਦੇਣੀ ਪੈਂਦੀ ਜਾਂ એનર્ਜੀ ਬਾਹਰ ਆ ਸਕਦੀ ਹੈ। ਹੁਣ ਚੂਨੇ ਦਾ ਪਾਣੀ ਦੇਖਿਆ ਹੋਣਾ ਤੁਸੀਂ, ਜਾਂ ਤੁਸੀਂ ਥੋੜੇ ਚੂਨਾ ਲੈ ਕੇ ਪਾਣੀ ਪਾ ਕੇ ਦੇਖੋ ਤਾਂ ਦੇਖੋਗੇ ਤੁਸੀਂ ਉਹ ਬਾਹਰੋਂ ਗਰਮ ਹੋ ਜਾਂਦਾ। ਕਈ ਚੀਜ਼ਾਂ ਐਸੀਆਂ, ਇਹਦਾ ਮਤਲਬ ਉਹਨਾਂ 'ਚੋਂ ਹੀਟ ਬਾਹਰ ਆਉਂਦੀ ਹੈ। कुछ रिएक्शंस है जिन्हों के हीट बाहर आती है, कुछ रिएक्शंस है जिन्होंने हीट सानू देनी पैंदी है। ये दो तरह बन जाते हैं, एक्सोथर्मिक एंडोथर्मिक रिएक्शंस। हुण इत्थे असीं गल कर रहे हैं कि ये एनर्जी बाहर नहीं आएगी, ये एनर्जी सानू दे के काम करना पएगा। अगर इलैक्ट्रॉन असीं निकालना चाहते हैं तो एनर्जी मस्ट बी सप्लाइड और इट इज़ ਜਿਹੜੀ ਇਨ ਦਾ ਫਾਰਮ ਆਫ ਪੋਜ਼ਿਟਿਵ એનર્ਜੀ। ਸੋ ਜਿਹੜੀ એનર્ਜੀ ਦੇਣੀ ਪੈਂਦੀ ਹੈ ਨਾ ਉਹਨੂੰ ਪੋਜ਼ਿਟਿਵ ਕਹਿੰਦੇ ਆ, ਜਿਹੜੀ એનર્ਜੀ ਬਾਹਰ ਆਉਂਦੀ ਹੈ ਉਹਨੂੰ ਅਸੀਂ ਨੈਗੇਟਿਵ એનર્ਜੀ ਬੋਲਦੇ ਆ। ਸੋ ਇਹ ਧਿਆਨ ਰੱਖਣਾ ਕਿ ਸਿੰਬਲ ਯੂਜ਼ ਕੀਤਾ ਜਾਂਦਾ। ਸੋ ਇਟ ਇਜ਼ ਆਲਵੇਜ਼ ਪੋਜ਼ਿਟਿਵ ਕਿਉਂਕਿ ਹਮੇਸ਼ਾ ਸਪਲਾਈ ਕਰਨੀ ਪਏਗੀ ਤਾਂ ਕਿ ਇਲੈਕਟ੍ਰੋਨ ਰਿਮੂਵ ਹੋ ਸਕੇ। ਦੂਸਰੀ ਗੱਲ, ਇਹ ਕੁਝ ਫੈਕਟਰਸ ਤੇ ਡਿਪੈਂਡ ਕਰੇਗੀ ਰਾਜੇ, ਵੈਰੀ ਇੰਪੋਰਟੈਂਟ ਟੌਪਿਕ ਹੈ, ਇਹ ਪੇਪਰ 'ਚ ਆ ਜਾਂਦਾ कि तुसी कुछ फैक्टर्स दस सकते हैं। फैक्टर का मतलब कुछ गल्लां दस सकते हैं जिते डिपेंड करती हो भी किसी नूं ज़्यादा चाहिए या इलैक्ट्रॉन कड्ढण लई किसी नूं घੱਟ चाहिए। यस, वेरी वेरी इंपॉर्टेंट कुछ फैक्टर्स है जिहड़े आपां शॉर्ट फॉर्म 'ਚ ही करने हैं, जिन्हां ते डिपेंड करेगी। ये जिहड़े फैक्टर्स है मतलब इन्हां दे विच पता लगेगा कि आयनाइजेशन एनर्जी किहदे लई ज़्यादा ते किहदे लई घੱਟ दी लोड़ पैंदी है। सो फर्स्ट फैक्टर इज साइज ऑफ एटम। पहला हुंदा रजे साइज ऑफ एटम। हुण साइज देखो, तुसीं आप खुद सोच के देखो, अगर साइज एटम का साइज दो तरह का हो सकता है। कोई भी जो फैक्टर पढ़ोगे ना उन्होंने दो तरह समझ लीदा भी घट होवे तो की होएगा, वध होवे तो की होएगा। हुण अगर साइज रजे अपने कोल छोटा है, एटम छोटा है, एटम दे विच मान लो तुहाडे कोल एक चक्कर ही है या दो चक्कर ही है, छोटा एटम है, ठीक है। एक चक्कर से अपने को दो होंदे है, उस तो अगले 8 हो जाते हैं। सो जिन्ना साइज का जिन्ना एटम का साइज छोटा होएगा उन्नी न्यूक्लियस की अट्रैक्शन ज़्यादा नहीं होएगी। मान लो चीज़ एनिक हैगी है, ठीक है, छोटी है, तो हुण वो न्यूक्लियस बाहरले इलैक्ट्रॉन ज़्यादा अट्रैक्ट कर सकता है। यही चीज़ इन्नी वड्डी हो गई, हो गया साइज बड़ा। हुण देखो न्यूक्लियस की अट्रैक्शन जी होएगी बाहरले इलैक्ट्रॉन लई घट गई क्योंकि अंदर बहुत शैल्स बन गई है, स्क्रीनस बन गई हैं, जिस वजह के नाल दूरी वध गई है। डिस्टेंस वधन दे नाल अट्रैक्शन घट जानी है। घटन दे नाल आ वाला इलैक्ट्रॉन, मान लो आ इलैक्ट्रॉन है, आ न्यूक्लियस है, ये दूर हो गया। दूर होकर आ इलैक्ट्रॉन नूं अट्रैक्शन घट फील होएगी और ईजली आपां घट एनर्जी दे के रिमूव कर सकते हैं। यही इलैक्ट्रॉन नेड़े हुंदा, इन्हें न्यूक्लियस ने बहुत ज़्यादा अट्रैक्शन दे नाल इहनूं खिंचिया हुंदा, फिर सानूं इहदे विचों इलैक्ट्रॉन रिमूव करना डिफिकल्ट हो सकता सी। सो इस करके साइज ते बहुत वड्डी चीज़ डिपेंड करती है। अगर साइज छोटा होवे तो सानूं वध आयनाइजेशन एंथैल्पी लगानी पएगी, अगर साइज बड़ा होएगा तो असीं घट आयनाइजेशन एंथैल्पी लगा के भी इलैक्ट्रॉन रिमूव कर सकते हैं। सो इस तरह अपने को साइज ते डिपेंड करती है। वड्डे साइज दे विच लो हो जाएगी, छोटे साइज दे विच हाई हो जाएगी। रीजन तुसीं खुद दे सकते हैं कि छोटे साइज से अट्रैक्शन ज़्यादा होएगी क्योंकि न्यूक्लियस ते इलैक्ट्रॉन का डिस्टेंस घट है। वड्डे साइज दे विच अट्रैक्शन घट जाएगी क्योंकि डिस्टेंस की हो गया, वध गया। डिस्टेंस वधन दे नाल साडे कोल अंदर स्क्रीनस भी जरूर बननगियां, डिस्टेंस तां ही दूर होएगा ना अगर अंदरले शैल वधनगे। सो डिस्टेंस दूर होने दे नाल अट्रैक्शन हमेशा घटेगी। क्लीयर है जी? सो इट इज़ द इफेक्ट ऑफ साइज। सैकेंड फैक्टर मैं तुहानूं दस्सण लगी हां, चार्ज ऑन न्यूक्लियस। हुण न्यूक्लियस ते जे चार्ज है जिहड़ा वो तो आपां नूं ऑलरेडी अंडरस्टूड हो गया कि पॉजिटिव है क्योंकि न्यूक्लियस प्रोटोन होंदे आ, उन्हें तो पॉजिटिव चार्ज आ, न्यूट्रॉन ते चार्ज नहीं हुंदा तो न्यूक्लियस पॉजिटिव चार्ज शो कर रहा है, जिन्हों असीं न्यूक्लियर चार्ज बोल रहे हैं। हुण जे पॉजिटिव चार्ज है, न्यूक्लियर चार्ज है, ये जिन्ना ज़्यादा होगा तुसीं खुद सोचो, आपां दो तरह ही सोचना है। जिदा साइज का सोचा, जे साइज छोटा तो कितना इफेक्ट पिया, वड्डा तो कितना। इसी तरह न्यूक्लियर चार्ज अगर घट होएगा तो की इफेक्ट पेगा, वध होएगा तो की इफेक्ट पेगा। मान लो न्यूक्लियर चार्ज घट है, मैं क्या +2 ही है, +1 ही है, इहदा मतलब न्यूक्लियर चार्ज का मतलब की है, इनू जोड़ना तुसीं अट्रैक्शन देना। जिन्ना जिन्ना न्यूक्लियर चार्ज वधदा जाएगा अट्रैक्शन बढ़ती जाऊगी। सो इत्थे आंसर वेरी क्लीयर
कि न्यूक्लियर चार्ज अगर घट होएगा अट्रैक्शन घट होएगी और आयनाइजेशन इंथैल्पी भी सानू घट देनी पएगी, इट विल बी लो। लेकिन अगर न्यूक्लियर चार्ज ज़्यादा है ਉਹਦੀ अट्रैक्शन की पावर भी की हो जाएगी, बढ़ जाएगी। ਉਹਦੇ केस ਦੇ ਵਿੱਚ ਸਾਨੂੰ आयनाइजेशन इंथैल्पी हाई की जरूरत पैंदी है। सो न्यूक्लियर चार्ज ते भी डिपेंड करता कि चार्ज कितना आ, जिन्ना चार्ज ज़्यादा उन्नी अट्रैक्शन ज़्यादा, उन्नी आयनाइजेशन इंथैल्पी ज़्यादा। जिन्ना चार्ज घट अट्रैक्शन घट, आयनाइजेशन इंथैल्पी घट चाहिए है। थर्ड फैक्टर अजे है स्क्रीनिंग इफैक्ट। देखो क्लीयर है ना सारे फैक्टर। अगर असी कंसैप्ट समझ जाइए तो ਉਹਦੇ ਨਾਲ ਸਾਨੂੰ ਸਾਰੀਆਂ ਗੱਲਾਂ ਖੁਦ ਆਉਣੀਆਂ ਸ਼ੁਰੂ ਹੋ ਜਾਂਦੀਆਂ। ਯਾਨੀ ਸੈਲਫ ਦੀ ਨੌਲੇਜ ਬਹੁਤ ਇੰਪੋਰਟੈਂਟ ਹੈ। ਜਦੋਂ ਸਾਡੇ ਕੋਲ ਖੁਦ ਆਨਸਰ ਆਣੇ ਸਟਾਰਟ ਹੋ ਜਾਂਦੇ ਆ ਨਾ, ਸਮਝ ਲਓ ਕਿ ਤੁਹਾਨੂੰ ਪੜ੍ਹਨਾ ਆ ਗਿਆ। ਇਹ ਨਹੀਂ ਕਿ ਸਾਰਾ ਕੁਝ ਆਪ ਪਤਾ ਲੱਗ ਜਾਂਦਾ, ਲੇਕਿਨ ਨਹੀਂ, ਸਮਝ ਆਣਾ ਸਟਾਰਟ ਹੋਣਾ ਜ਼ਰੂਰੀ ਹੈ। ਔਰ ਇਹ ਚੈਪਟਰ ਇਦਾਂ ਦਾ ਹੈ ਕਿ ਇਹਦੇ ਵਿੱਚੋਂ ਤੁਹਾਨੂੰ ਨਾ ਇੱਕ ਕੰਪਰੀਹੈਂਸ਼ਨ ਆਏਗਾ ਪੇਪਰ 'ਚ। ਕੰਪਰੀਹੈਂਸ਼ਨ ਹੁੰਦਾ, ਪੈਰਾਗ੍ਰਾਫ ਹੁੰਦਾ, ਨੀਚੇ ਕੁਐਸਚਨਸ ਦਿੱਤੇ ਹੁੰਦੇ ਆ, ਤੁਸੀਂ ਆਨਸਰ ਸਿਲੈਕਟ ਕਰਨੇ ਆ। ਲੇਕਿਨ ਇਹ ਈਜ਼ੀ ਵਾਂਗੂ ਨਹੀਂ ਹੁੰਦੇ ਕਿ ਜਿੱਦਾਂ ਇੰਗਲਿਸ਼ 'ਚ ਆ ਜਾਂਦਾ ਕੰਪਰੀਹੈਂਸ਼ਨ, ਆਪਾਂ ਆਨਸਰ ਜਿਹੜੇ ਉਹ ਟੈਲੀ ਕਰ ਲੈਂਦੇ ਆ ਕਿ ਉਹ ਫਟਾਫਟ ਲਾਈਨ ਵਾਈਜ਼ ਆਨਸਰ ਨਿਕਲ। ਨੋ, ਕੈਮਿਸਟਰੀ ਦਾ ਕੰਪਰੀਹੈਂਸ਼ਨ ਤੁਹਾਨੂੰ ਥੋੜਾ ਡਿਫਿਕਲਟ ਆਏਗਾ। ਜਦੋਂ ਹੋ ਸਕਦਾ ਕੋਈ ਆਨਸਰ ਪ੍ਰੋਪਰ ਉਹਦੇ 'ਚ ਤੁਹਾਨੂੰ ਨਾ ਮਿਲੇ, लेकिन अगर तुसी वो चैप्टर अच्छी तरह किया होया ना, ਉਹਦਾ आंसर तुसी पैराग्राफ 'ਚ है ਜਾਂ नहीं हैगा पर तुसी लिख पाओगे। इसलिए मैं चैप्टर ਤੁਹਾਨੂੰ डिटेल 'ਚ करवाया, अच्छी तरह करवाया, क्योंकि ਇਹਦੇ ਚੈਪਟਰ ਦੇ ਬੇਸ ਤੇ ਬਾਕੀ ਚੈਪਟਰ ਚੱਲਦੇ ਆ। ਅਗਰ ਸਾਨੂੰ ਪੀਰੀਓਡਿਕ ਟੇਬਲ ਸਮਝਣਾ ਨਾ ਆਇਆ, ਅਸੀਂ ਬਾਕੀ ਚੈਪਟਰਸ ਕਰ ਹੀ ਨਹੀਂ ਪਾਵਾਂਗੇ। ਕਲੀਅਰ? ਸੋ ਇਹ ਚੈਪਟਰ ਧਿਆਨ ਨਾਲ ਕਰਨਾ। ਨੈਕਸਟ ਹੈ ਜੀ ਸਕਰੀਨਿੰਗ ਇਫੈਕਟ। ਹੁਣ ਮੈਂ ਚਾਹੇ ਨਾ ਦੱਸਾਂ ਨਾ, ਤੁਹਾਨੂੰ ਖੁਦ ਪਤਾ ਲੱਗੂਗਾ। ਹੁਣ ਸਕਰੀਨਿੰਗ ਇਫੈਕਟ 'ਚ ਤੁਸੀਂ ਚੈੱਕ ਕਰਨਾ, अगर स्क्रीनस वध बनिया हुई तो कितनी आयनाइजेशन इंथैल्पी लोड़ पेगी, जे स्क्रीन घट हुई तो किद्दां लोड़ पेगी। आंसर दे सकते हैं कि नहीं दे सकते हैं। मान लो एटम च स्क्रीन ज़्यादा बन गई है जी, साइज वड्डा हो गया, ये स्क्रीन की काम करूगी? मैं पहले भी दस्सिया सी, ये स्क्रीनस न्यूक्लियस की अट्रैक्शन तो आउटरमोस्ट इलैक्ट्रॉन को बचाने का काम करनगियां। ये सिलेक्ट मान लो आउटरमोस्ट इलैक्ट्रॉन इत्थे पिया, आ सारियां स्क्रीनस ਇਹਦੇ ਵਿੱਚ ਆ ਜਾਣਗੀਆਂ, ਇਹਦੇ ਨਿਊਕਲੀਅਸ ਦੇ ਵਿੱਚ ਤੇ ਇਲੈਕਟ੍ਰੋਨ ਦੇ ਵਿੱਚ। ਹੁਣ ਨਿਊਕਲੀਅਸ ਦੀ ਅਟਰੈਕਸ਼ਨ ਬਾਹਰਲੇ ਇਲੈਕਟ੍ਰੋਨ ਤੇ ਹੁੰਦੀ ਆ, ਕਿਉਂਕਿ ਬਾਹਰੋਂ ਹੀ ਸਾਈਜ਼ ਨੇ ਛੋਟਾ ਹੋਣਾ ਨਾ। ਹੁਣ ਇਹ ਦੇਖੋ, ਜਿੰਨੀਆਂ ਅੰਦਰ ਸਕਰੀਨ ਜ਼ਿਆਦਾ ਬਣ ਜਾਣਗੀਆਂ ਨਾ, ਨਿਊਕਲੀਅਸ ਦੀ ਅਟਰੈਕਸ਼ਨ ਉਨੀ ਕੀ ਹੋ ਜਾਏਗੀ, ਘਟ ਜਾਏਗੀ। अगर न्यूक्लियस की अट्रैक्शन घटूगी तो आयनाइजेशन इंथैल्पी की हो जाएगी, घट जाएगी। घट अमाउंट ऑफ एनर्जी आप दे के इलैक्ट्रॉन ईजिली रिमूव कर पावांगे। अगर स्क्रीनस की गिनती अपने को घट हुई, मान लो अपने को 2 ही स्क्रीनस है, तो फिर न्यूक्लियस की खिच भी तो उन्नी ज़्यादा हो जाएगी। स्क्रीन जी है घट होने करके वो कवर नहीं कर पाऊगी, इलैक्ट्रॉन को बचा नहीं पाऊगी बाहरले वाले इलैक्ट्रॉन अट्रैक्शन तो। तब उस केस तुहानूं इलैक्ट्रॉन रिमूव करने लई ज़्यादा आयनाइजेशन इंथैल्पी की जरूरत पएगी। सो स्क्रीनस का इफैक्ट भी पएगा, क्योंकि स्क्रीन वधन दे नाल साइज़ बढ़ जाएगा, स्क्रीन घटन नाल तुहाडा साइज़ भी छोटा हो जाएगा। और उस ऑटोमैटिकली आपां नूं पता है कि वड्डे साइज़ चों इलैक्ट्रॉन ईजी निकल जाता, छोटे चों सानूं बहुत एनर्जी देनी पएगी। तुहानूं पता है एनर्जी क्यों दे रहे हैं? ये एनर्जी असीं अट्रैक्शन नूं तोड़न लई दे रहे हैं, क्योंकि न्यूक्लियस इलैक्ट्रॉन नूं अट्रैक्ट करके रखा होया न्यूक्लियस ने, असीं उस अट्रैक्शन नूं तोड़ के इलैक्ट्रॉन रिमूव करना चाह रहे हैं। इसलिए सानूं एनर्जी सप्लाई करनी पैंदी, और इसलिए आयनाइजेशन इंथैल्पी इज ऑलवेज पॉजिटिव। क्लीयर है जी? हुण मैं नैक्सट फैक्टर ते आ गई। ये फैक्टर हो गया अपने को स्क्रीनिंग इफैक्ट। नैक्सट हैगा पेनीट्रेशन इफैक्ट। ये ना बुक च तां बड़े वड्डे दिते इफैक्ट, आपां इहनूं शॉर्ट फॉर्म च करना, क्योंकि ਆਪਾਂ ਨੂੰ ਨੌਲੇਜ ਹੀ ਚਾਹੀਦੀ ਹੈ ਕਿ ਫੈਕਟਰਸ ਦਾ ਕੀ ਅਸਰ ਹੈਗਾ ਆ। ਸੋ ਉਹਨਾਂ ਕੁ ਆਪਾਂ ਨੂੰ ਸਮਝ ਆ ਜਾਣਾ ਚਾਹੀਦਾ, ਠੀਕ ਹੈ? ਸਾਰਾ ਨਹੀਂ ਨੋਟ ਕਰਨਾ, ਉਹ ਮੈਂ ਦੱਸੂਗੀ ਤੁਹਾਨੂੰ। ਅਗਲਾ ਇਫੈਕਟਰ ਹੈ ਜੇ ਪੈਨੀਟ੍ਰੇਸ਼ਨ ਇਫੈਕਟ। ਪੈਨੀਟ੍ਰੇਸ਼ਨ ਇਫੈਕਟ ਹੁੰਦਾ, ਪੈਨੀਟ੍ਰੇਸ਼ਨ ਮਤਲਬ ਹੁੰਦਾ ਅੰਦਰ ਇਲੈਕਟ੍ਰੋਨ ਜਿਹੜੇ ਧਸੇ ਹੁੰਦੇ ਆ ਨਾ, ਉਹਨੂੰ ਪੈਨੀਟ੍ਰੇਟ ਕਹਿੰਦੇ ਆ, ਕਿ ਅੰਦਰ ਸਮਾਏ ਹੋਏ ਆ, ਐਟਮ ਸੈਂਟਰ ਕੀਤੇ ਹੋਏ ਆ। ਹੁਣ ਪੈਨੀਟ੍ਰੇਸ਼ਨ ਦਾ ਇਫੈਕਟ ਇਹ ਪੈਂਦਾ ਕਿ ਜਿਹੜੇ ਇਲੈਕਟ੍ਰੋਨ ਐਂਟਰ ਕੀਤੇ ਆ ਉਹ ਕਿਹੜੇ ਸਬ ਸ਼ੈਲ 'ਚ ਹੈ, या ਜਿਹੜਾ ਇਲੈਕਟ੍ਰੋਨ ਤੁਸੀਂ ਕੱਢਣਾ ਚਾਹੁੰਦੇ ਹੋ ਉਹ ਕਿਹੜੇ ਸਬ ਸ਼ੈਲ 'ਚੋਂ ਕੱਢਣਾ ਚਾਹੁੰਦੇ ਹੋ। ਸਬ ਸ਼ੈਲ 4 ਤਰ੍ਹਾਂ ਦੇ ਹੈਗੇ ਆ, SPDF। ਹੁਣ ਤੁਸੀਂ ਨੋਟ ਕੀਤਾ ਹੋਣਾ ਰਾਜੇ, ਜਦੋਂ ਅਸੀਂ ਵੀ ਕਨਫੀਗਰੇਸ਼ਨ ਲਿਖਦੇ ਹਾਂ, ਕੋਈ ਵੀ ਚੱਕਰ ਸਟਾਰਟ ਕਰਦੇ ਹਾਂ, ਉਹ ਕਿੱਥੋਂ ਸ਼ੁਰੂ ਹੁੰਦਾ? ਮੈਂ ਦੱਸਿਆ ਸੀ S ਤੋਂ। ਕਲੀਅਰ? ਸਭ ਤੋਂ ਪਹਿਲਾਂ ਕੀ ਹੁੰਦੀ ਹੈ ਫਿਲਿੰਗ S ਦੀ, ਫਿਰ ਵਾਰੀ ਕਿਹਦੀ ਆਉਂਦੀ ਹੈ P ਦੀ। 2-3 ਲਾਈਨਾਂ ਤਾਂ S ਤੇ P ਦੀਆਂ ਹੀ ਭਰ ਜਾਂਦੀਆਂ, फिर उस तो बाद साडी डी एंटर कर जाती है, पर वो भी लेट भरती है।
फिर उस तो बाद F भी एंटर करती है, उस तो भी लेट भरती है। सो कहने का मतलब ये होया कि इलैक्ट्रॉन्स नूं जदों रिमूव करना है उदों डिपेंड करता है कि तुहाडा पेनीट्रेट कित्थे हैगे इलैक्ट्रॉन्स, तुसीं किहड़े सबशेल चों रिमूव करना चाहते हैं। तो ये फैक्ट आपां याद रखांगे कि जो अपने कोल न्यूक्लियस के सब तो ज़्यादा नेड़े चक्कर हैगा उहदे विचों इलैक्ट्रॉन जिहड़ी अट्रैक्शन ज़्यादा हुंदी है। हुण एस पहलां फिल कर दिओ, ਇਹਦਾ मतलब एस न्यूक्लियस के पहला नेड़े आ जाता है। हुण मैं 1s पहला भरदी हाँ, फिर मैं 2s भरदी हाँ तां 2p भरदी हाँ, फिर मैं 3s भरूँगी तां ही 3p कोल जाऊँगी। ਇਹਦਾ मतलब पेनीट्रेशन इफैक्ट ਦੇ ਵਿੱਚ एस का इफैक्ट सब तो ज़्यादा है। एस न्यूक्लियस के चक्कर शुरू होने वेले एस सब तो पहला नेड़े आंदा, उस तो बाद पी डी एफ का ट्रेंड चलता। सो पेनीट्रेशन इफैक्ट के अकॉर्डिंग अगर इलैक्ट्रॉन एस तो रिमूव करना चाह रहे हो तो एनर्जी ज़्यादा चाहिए है, अगर पी चो रिमूवल हो रही है उस चक्कर च तो एनर्जी तुहानूं जिहड़ी है एस दे नालों घट चाहिए है। अगर उसे दे तुसीं डी चो कढ़ना चाह रहे हैं तो होर घट चाहिए है, एफ चो कढ़ना चाहते हैं तो होर घट चाहिए है। सो पेनीट्रेशन इफैक्ट के अकॉर्डिंग असीं ये सीक्वेंस बना लवांगे कि साडे कोल एस का पेनीट्रेशन इफैक्ट सब तो ज़्यादा, पी का उतों घट, डी का उतों घट, एफ का जिहड़ा उस तो घट हुंदा है। सो ये पेनीट्रेशन इफैक्ट के अकॉर्डिंग सानूं निकालण लगे पता लग जाता कि किस सबशेल तो एनर्जी कितनी चाहिए है। इट मीनस मैक्सिमम जिहड़ी आयोनाइजेशन एंथैल्पी नीडिड होएगी इट विल बी फॉर फ्रॉम रिमूवल ऑफ इलैक्ट्रॉन फ्रॉम ए सबशेल एज कंपेयर टू पी, एज कंपेयर टू डी, एज कंपेयर टू एफ। सो ये सीक्वेंस असीं याद रखांगे। नैक्सट है जी वेरी इंपॉर्टेंट जो आ रहा है साढ़े को फैक्टर, ये सारे फैक्टर्स इंपॉर्टेंट है जिहड़े सानूं पूरा आयोनाइजेशन एंथैल्पी बारे क्लीयर कर दिंदे हैं। दैट इज इलैक्ट्रॉनिक कॉन्फिगरेशन। लास्ट फैक्टर इज वेरी इंपॉर्टेंट, इलैक्ट्रॉनिक कॉन्फिगरेशन। हुण सारा कुछ इलैक्ट्रॉनिक कॉन्फिगरेशन ते बेस हो रहा है, ठीक है। अगर इलैक्ट्रॉनिक कॉन्फिगरेशन स्टेबल होया फिर एनर्जी बहुत चाहिए, अगर अनस्टेबल है फिर घट चाहिए। तुसीं कहोगे किस तरह? हुण इलैक्ट्रॉनिक कॉन्फिगरेशन च राजे मैं तुहानूं दो कॉन्फिगरेशन दसे सी, एक मैं बोलिया सी हाफ फिल्ड, ठीक है, एक मैं बोलिया सी फुली फिल्ड। ये दो कॉन्फिगरेशन कह लो कि पूरे स्टेबल है। एक नोबल गैसिस का ये स्टेबल है क्योंकि नोबल गैसिस किहदे च आ जांदी है फुली फिल्ड। अगर कॉन्फिगरेशन हाफ फिल्ड होवे जां फुली फिल्ड होवे ये दोनों की हुंदे स्टेबल हुंदे हैं। कोई भी एटम इन्हां दोनों को खराब नहीं करना चाहता। अगर ये दो बने हुए आपां उत्तों इलैक्ट्रॉन रिमूव करना चाहते हुए तो सानूं मैक्सिमम आयोनाइजेशन एंथैल्पी सप्लाई करनी पएगी बहुत ज़्यादा इस चीज़ को तोड़न वास्ते, क्योंकि दोनों स्टेबिलिटी लै चुके हैं। हाफ फिल्ड किहनूं कहंदे आ? मान लो मेरे को पी दे 3 रजे ऑर्बिटल है, ठीक है, उन्होंने तिना च एक इलैक्ट्रॉन आ चुका, डी दे 5 आ उन्होंने को एक 5 आ चुके, एफ दे 7 आ उन्होंने को एक आ चुका। इन्हों बोलते हैं हाफ फिल्ड कॉन्फिगरेशन, ठीक है। हुण अगर हाफ फिल्ड कॉन्फिगरेशन है इट इज़ हाईली स्टेबल कॉन्फिगरेशन। फिर फुली फिल्ड किहनूं कहंदे? जदों कंप्लीट हो जाएगा दो इहदे च दो इहदे च दो इहदे च, नाउ इट विल बिकम फुली फिल्ड। हाफ फिल्ड जो सारे को सिंगल सिंगल इलैक्ट्रॉन है, जिन्ने ऑर्बिटल तुहाडे कोल अवेलेबल है, पी च तुहाडे कोल 3 है, डी च तुहाडे कोल 5 है, एफ च तुहाडे कोल 7 है। अगर तुहाडे कोल 3, 5, 7 इलैक्ट्रॉन्स है और कल्ला इलैक्ट्रॉन सारे आ गया दैन इट इज़ द हाफ फिल्ड कॉन्फिगरेशन। अगर तुसीं इहदी डबलिंग करती फिर ये कंप्लीट हो गया, इट इज़ फुली फिल्ड। सब तो ज़्यादा स्टेबल किहड़ा हुंदा? फुली फिल्ड, क्योंकि वो कंप्लीट आ, उहदे च कोई होर पॉसिबिलिटी बची नहीं हैगी, जगह ही इन्नी इलैक्ट्रॉन एंटर करन दी। सो इट इज़ हाईली स्टेबल कॉन्फिगरेशन। इसलिए नोबल गैस के इलैक्ट्रॉन कढ़ना पै जे आपां नूं बहुत ज़्यादा आयोनाइजेशन एंथैल्पी की लोड़ पैंदी है और इन्नी अवेलेबल होंदी नहीं है रूम टैंपरेचर ते आपां दे नहीं पाते। सो नोबल गैसिस इसलिए फिर वो रिएक्टिव नहीं हैगियां क्योंकि आपां उहदे चों इलैक्ट्रॉन रिमूव ही नहीं कर सकते ना पा सकते हैं। सो इस करके उन्हां दी जिहड़ी रिएक्टिविटी है वो घट हुंदी है और वो स्टेबल हुंदी है। हुण बचे दोनों होर कॉन्फिगरेशन, हुण हाफ फिल्ड भी पता लग गया। सो जिस केस दे विच हाफ फिल्ड ते फुली फिल्ड कॉन्फिगरेशन आते हैं, या इस तो इलावा ये भी आ सकता, मान लो मेरा इलैक्ट्रॉन एस ते मेरा सबशेल खत्म हो गया, मान लो 2s ते हो गया, पी की चलो वारी नहीं आई पर एस च 2 आ गए। हुण एस 2 नाल पूरा हो जाता जो ये भी बाकियों नालों अच्छा बन जाए, ये भी थोड़ा जिहा स्टेबल हो जाता, यदि आयोनाइजेशन एंथैल्पी ज़्यादा हो जाएगी। यानी जिथे अपने को कंप्लीट हो जाती है चीज़ उत्थे आयोनाइजेशन एंथैल्पी ज़्यादा जरूरत पैंदी है। हुण मैं कुछ एग्जाम्पल्स लैके तुहानूं दसूंगी रजे। पहला अपने को क्वेश्चन हैगा, ਇਹਦੇ ਵਿੱਚ क्वेश्चंस बननगे ਤੁਹਾਡੇ ਕੋਲ छोटे छोटे, वाई नोबल गैसेस हैव हाई वैल्यू ऑफ आयोनाइजेशन एंथैल्पी। ਹੁਣ क्वेश्चन क्लीयर हो गया आंसर कि नोबल गैसेस की आयोनाइजेशन एंथैल्पी हाई क्यों आ, क्यों हैगी है? क्योंकि दे हैव फुली फिल्ड स्टेबल इलैक्ट्रॉनिक कॉन्फिगरेशन। ये आंसर है एक लाइन का।
सो अगर ਅਸੀਂ ਲੱਭ ਲਿਆ ਤਾਂ ਅਸੀਂ ਆਨਸਰ ਦੇ ਪਾਵਾਂਗੇ ਕਿ ਸਟੇਬਲ ਕਨਫਿਗਰੇਸ਼ਨ ਹੋਣ ਕਰਕੇ ਆਪਾਂ ਉਹ 'ਚ ਇਲੈਕਟ੍ਰੋਨ ਨੂੰ मूव नहीं कर पा रहे। सो ਇਹਨਾਂ ਦੀ ਆਇਨੇਸ਼ਨ एंथैल्पी विल बी हाई। सेकंड आएगा एलिमेंट्स है कुछ, कई बार बेरिलियम ਤੇ मैग्नीशियम है, ਬਾਕੀਆਂ ਦੇ ਕੰਪੈਰੀਜ਼ਨ 'ਚ ਉਹਨਾਂ ਦੀ ਆਇਨੇਸ਼ਨ एंथैल्पी ਜ਼ਿਆਦਾ ਆਉਂਦੀ ਹੈ। ਉਹਦਾ ਰੀਜ਼ਨ ਵੀ ਦਵਾਂਗੇ। फॉर एग्जाम्पल मैं दो ਆਪਾਂ ਨੂੰ क्वेश्चन आ गए बेरिलियम एंड मैग्नीशियम। बेरिलियम का एटॉमिक नंबर है जाएगा 4, मैग्नीशियम का 12। कॉन्फ़िगरेशन लिख के देख लो, ठीक है। 12 का बन गया 1s2 2s2 2p6 3s2। क्लीयर जी। ਹੁਣ देखो तुसी ये दोनों एस ਤੇ खत्म हो गए। मैं नहीं कहती ये कंप्लीट है तो फुली फिल्ड है, क्योंकि हले 2 ਦੇ एस ਦੇ ਨਾਲ 2 ਦੀ पी वेली पई है, क्योंकि दूजे चक्कर 'ਚ जाती है दोने पूरे नहीं होंगे, दूजा चक्कर पूरा नहीं होया। थर्ड चक्कर ਦੇ ਵਿੱਚ ਵੀ ਤੁਹਾਡੇ ਕੋਲ 3s ਦੇ ਨਾਲ 3p ਭਰਨੀ ਪੈਂਦੀ, ਪਰ ਫਿਲਹਾਲ ਉਹ 'ਚ ਵੀ ਇਲੈਕਟ੍ਰੋਨ ਹੈ ਨਹੀਂ, ਇਸ ਲਈ ਆਪਾਂ ਇਹਨੂੰ ਫੁੱਲੀ ਫਿਲਡ ਨਹੀਂ ਕਹਿ ਸਕਦੇ। ਹਾਂ, ਇਹਦਾ ਇੱਕ ਆਨਸਰ ਅਸੀਂ ਦੇ ਸਕਦੇ ਹਾਂ, ਅਗਰ ਇਹਨਾਂ ਦੀ ਆਇਨਾਈਜੇਸ਼ਨ ਐਂਥੈਲਪੀ ਬਾਕੀਆਂ ਨਾਲੋਂ ਇਸ ਲਾਈਨ ਦੀ ਜ਼ਿਆਦਾ ਆ ਰਹੀ ਹੈ, ਉਹਦਾ ਰੀਜ਼ਨ ਇਹ ਵੀ ਹੈਗਾ ਕਿ ਇਹਦੇ 'ਚ s ਨਾਲ ਸ਼ੈਲ ਖਤਮ ਹੋ ਰਿਹਾ ਹੈ। s ਵਿੱਚ ਤੁਸੀਂ ਵੱਧ ਤੋਂ ਵੱਧ 2 ਹੀ ਭਰ ਸਕਦੇ ਸੀ, ਇਸ ਵਕਤ ਉਹ 2 ਪੂਰੇ ਹੋ ਗਏ ਆ। ਸੋ s ਤੱਕ ਇਹਦਾ ਕਨਫਿਗਰੇਸ਼ਨ ਕੀ ਹੋ ਗਿਆ ਰਾਜੇ, ਕੰਪਲੀਟ ਸ਼ੋ ਹੋ ਰਿਹਾ। ਇਸ ਲਈ ਇਸ ਕੇਸ ਦੇ ਵਿੱਚ ਵੀ ਆਇਨਾਈਜੇਸ਼ਨ ਐਂਥੈਲਪੀ ਬਾਕੀਆਂ ਦੇ ਕੰਪੈਰੀਜ਼ਨ 'ਚ ਤੁਹਾਨੂੰ ਜ਼ਿਆਦਾ ਮਿਲੇਗੀ। ਇਹ ਵੀ ਕੁਐਸਚਨ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਕਿਸ ਕੇਸ 'ਚ ਜ਼ਿਆਦਾ ਮਿਲੇਗੀ, ਆਪਾਂ ਨੂੰ ਐਗਜ਼ਾਮਪਲਸ ਹੀ ਪੁੱਛੀਆਂ ਜਾਣਗੀਆਂ। ਇੱਕ ਆ ਗਈ ਹੁਣ ਐਗਜ਼ਾਮਪਲ ਫਾਸਫੋਰਸ ਤੇ ਨਾਈਟ੍ਰੋਜਨ। ਫਾਸਫੋਰਸ ਦਾ ਐਟੋਮਿਕ ਨੰਬਰ 15, ਨਾਈਟ੍ਰੋਜਨ ਦਾ 7। ਦੋਨਾਂ ਦਾ ਕਨਫਿਗਰੇਸ਼ਨ ਆਪਾਂ ਲਿਖ ਲੈਂਦੇ ਆ 2s2 2p3 3 2 5 2 7। 15 ਦਾ ਲਿਖ ਲਓ 1s2 2s2 2p। देखो ਤੁਸੀਂ मैं पहले ही कहा सी भी जे तो कन्फिगरेशन आते हो तो सारे आंसर दे दोगे, अगर यही ना लिखने आए तो कुछ भी नहीं आएगा। इसलिए चैप्टर चाहे ये एक एक नंबर वाले ही क्वेश्चन सिलेक्ट होने हैं, लेकिन ये अंडरस्टैंडिंग की बहुत जरूरत है, क्योंकि नैक्सट चैप्टर कैमिकल बॉन्डिंग जी जो ज़्यादा पेपर है ना, वो सारे का सारा क्लासीफिकेशन के बेस से बनया हुआ है, यानी पीरियोडिक टेबल के बेस से ही अपन समझ आ सकता है। इसलिए चैप्टर जो क्लीयर होना चाहिए। हुण 1s2 2s2 2p ਦੇ अपने को 6 15 होने हैं ना, 6 भर लिया आप। फिर आप 3s2 कोल गए, 3p3 मेरे हिसाब नाल पूरे हो गए, क्योंकि 6 ते 4 10 इत्थे हो जाते हैं, 12 ते 3 15। हुण p च 3 3 आ गए, बना के देख लिया करो ऑर्बिटल। जे p च 3 आ गए रहे, आ कंडीशन आ गई। इट इज हाफ फिल्ड कॉन्फ़िगरेशन, वेरी वेरी क्लियर हो गया। क्लियर आंसर देना सौखा हो गया। बोथ हैव half filled configuration, and half filled configuration is highly stable configuration, so we need very high amount of ionization enthalpy to remove the electron from the outermost shell, because outermost shell is half filled। so half filled या fully filled या फिर ਤੁਹਾਡਾ S ਭਰ ਗਿਆ, ਇਹਨੇ ਤਿੰਨ ਕੇਸਿਸ ਦੇ ਵਿੱਚ ਤੁਹਾਡੀ ਆਇਨਾਈਜੇਸ਼ਨ ਐਂਥੈਲਪੀ ਬਾਕੀਆਂ ਦੇ ਕੰਪੈਰੀਜ਼ਨ 'ਚ ਹਾਈ ਹੋਏਗੀ। ਸੋ ਇਹ ਛੋਟੇ ਛੋਟੇ ਕੁਐਸਚਨਸ ਆਪਾਂ ਰੈਡੀ ਕਰਨੇ ਆ। ਇੱਥੇ ਤੱਕ ਤੁਹਾਡਾ ਆਇਨਾਈਜੇਸ਼ਨ ਐਂਥੈਲਪੀ ਦਾ ਕਲੀਅਰ ਹੋ ਗਏ ਕੁਐਸਚਨਸ, ਫੈਕਟਰਸ ਕਲੀਅਰ ਹੋ ਗਏ। ਹੁਣ ਆਪਾਂ ਜਿਹੜਾ ਟ੍ਰੈਂਡ ਕਰਦੇ ਆ ਕਿ ਜਦੋਂ ਅਸੀਂ ਪੀਰੀਅਡ 'ਚ ਮੂਵ ਕਰਨਾ ਜਾਂ ਅਸੀਂ ਗਰੁੱਪ 'ਚ ਮੂਵ ਕਰਨਾ, ਆਇਨਾਈਜੇਸ਼ਨ ਐਂਥੈਲਪੀ ਦੀ ਵੇਰੀਏਸ਼ਨ ਕਿੱਦਾਂ ਦੀ ਚੇਂਜ ਆਏਗੀ, ਜਿਹਦਾ ਸਾਈਜ਼ ਚੈੱਕ ਕੀਤਾ। ਸੋ ਵੇਰੀਏਸ਼ਨ ਚੈੱਕ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਮੈਂ ਵੇਰੀਏਸ਼ਨ ਚੈੱਕ ਕਰੂੰਗੀ ਅਲੋਂਗ ਦਾ ਪੀਰੀਅਡ। ਜਦੋਂ ਮੈਂ ਬੋਲੂੰਗੀ ਰਾਜੇ ਅਲੋਂਗ ਦਾ ਪੀਰੀਅਡ, ਤਾਂ ਤੁਸੀਂ ਕਲੀਅਰ ਹੋ ਜਾਓਗੇ ਕਿ ਤੁਸੀਂ ਕਿਸੇ ਵੀ ਲਾਈਨ ਨੂੰ ਸਿਲੈਕਟ ਕਰਕੇ ਲੈਫਟ ਟੂ ਰਾਈਟ ਉਧਰ ਮੂਵ ਕਰੋਗੇ। ਔਰ ਲਾਈਨ ਦੀ ਸਿਲੈਕਸ਼ਨ ਤੁਹਾਨੂੰ ਮੈਂ ਦਿੱਤੀ ਹੋਈ ਹੈ ਕਿ ਤੁਸੀਂ ਸੈਕੰਡ ਪੀਰੀਅਡ ਸਿਲੈਕਟ ਕਰੋ, ਤਾਂ ਕਿ ਤੁਹਾਡੇ ਕੋਲ ਐਲੀਮੈਂਟ ਵੀ ਘੱਟ ਹੋਣ ਔਰ ਤੁਹਾਡੇ ਕੋਲ ਕਲੈਰਿਟੀ ਵੀ ਜਿਹੜੀ ਹੈ ਜ਼ਿਆਦਾ ਹੋ ਸਕੇ। ਸੈਕੰਡ ਪੀਰੀਅਡ ਦੇ ਮੈਂਬਰਸ ਦੇ ਵਿੱਚ ਤੁਹਾਡੇ ਕੋਲ ਲੀਥੀਅਮ ਆ ਜਾਏਗਾ 3 एटॉमिक नंबर वाला, बेरिलियम 4 वाला, बोरोन 5 वाला, कार्बन 6 वाला, ठीक है, नाइट्रोजन 7, ऑक्सीजन 8, फ्लोरीन 9 ਤੇ ਨਿਆਨ ਤੇ ਇਹ ਤੁਹਾਡਾ ਸੈਕੰਡ ਪੀਰੀਅਡ ਜਿਹੜਾ ਫਿਨਿਸ਼ ਹੋ ਜਾਂਦਾ। ਸੋ ਇਸ ਪੀਰੀਅਡ ਨੂੰ ਸਟੱਡੀ ਕਰਨਾ ਸੌਖਾ, ਤੇ ਜਦੋਂ ਅਸੀਂ ਗਰੁੱਪ ਸਟੱਡੀ ਕਰਾਂਗੇ ਉਦੋਂ ਵੀ ਅਸੀਂ ਫਸਟ ਲਾਈਨ ਹੀ ਯੂਜ਼ ਕਰ ਲਵਾਂਗੇ, ਸਭ ਤੋਂ ਈਜ਼ੀ ਹੁੰਦੀ ਹੈ। ਫਸਟ ਲਾਈਨ ਦੇ ਮੈਂਬਰਸ ਮੈਂ ਨੀਚੇ ਨੂੰ ਲਿਖ ਦਿੰਦੀ ਹਾਂ। ਤੁਸੀਂ ਸਟਾਰਟ ਸਟੱਡੀ ਨਾ ਲੀਥੀਅਮ ਤੋਂ ਕਰਿਆ ਕਰੋ। पहली लाइन च हाइड्रोजन भी है, पर उन्हें पहली लाइन च 2 ही मैंबर है, तो कई बार प्रॉपर्टी आप पूरी क्लीयर कर नहीं पाते, इसलिए फस्ट पीरियड सिलेक्ट नहीं करीदा। ठीक है, जो भी तुम स्टडी स्टार्ट करनी हो सैकेंड पीरियड तो स्टार्ट करो। और ग्रुप के भी तुम फस्ट ग्रुप लेना, हाइड्रोजन भावें उन्होंने स्किप करके ले लो, क्योंकि हाइड्रोजन को इको इलैक्ट्रॉन है, वो हर प्रॉपर्टी का आंसर नहीं दे पाएगी। सो लीथियम के नीचे रहे सोडियम आ जाता, ठीक है, सोडियम के नीचे पोटैशियम आ जाता। सो आ 3 मैंबर तुम ग्रुप के स्टडी लिए रख लो, आ पीरियड में रख लो। जे तो ज़्यादा लगता कि असं सारे पढ़ने तो पूरी लाइन पढ़ लो, ठीक है, मैं तुम्हें 1-2 जगह तो ही दस देना।
सो अगर असी रजे पीरियड च मूव कर गए, असी आंसर देना कि हाउ आयनाइजेशन एंथैल्पी विल चेंज। हुण तुसीं पीरियड च मूव कर रहे हो, साइज दे कोल जाओ, ਜਦੋਂ ਤੁਹਾਨੂੰ ਕੋਈ ਆਨਸਰ ਚਾਹੀਦਾ ਤੁਹਾਨੂੰ ਆਨਸਰ ਸਾਈਜ਼ ਦੇਗਾ। ਤੁਸੀਂ ਸਭ ਤੋਂ ਪਹਿਲਾ ਸਟੈਪ ਦਿਮਾਗ 'ਚ ਲੈ ਕੇ ਆਣਾ ਕਿ ਅਸੀਂ ਮੂਵ ਕਰਦੇ ਹਾਂ ਤਾਂ ਸਾਈਜ਼ ਤੇ ਕੀ ਇਫੈਕਟ ਪੈਂਦਾ। ਹੁਣ ਆਪਾਂ ਇੱਥੋਂ ਦੇਖ ਚੁੱਕੇ ਹਾਂ ਨਾ, ਜੇ ਇੱਧਰ ਜਾਂਦੇ ਹੋ ਸਾਈਜ਼ ਕੀ ਹੁੰਦਾ, ਘਟਦਾ ਹੈ, ਡਿਕਰੀਜ਼, ਕਿਉਂਕਿ ਸ਼ੈਲ ਇਨਕਰੀਜ਼ ਨਹੀਂ ਕਰ ਰਿਹਾ, ਨਿਊਕਲੀਅਰ ਚਾਰਜ ਵੱਧ ਰਿਹਾ। ਇਹ ਦੋ ਗੱਲਾਂ ਦਿਮਾਗ 'ਚ ਨਾਲ ਹੀ ਲੈ ਆਉਣੀਆਂ ਤਾਂ ਕਿ ਅਸੀਂ ਭੁੱਲ ਨਾ ਜਾਈਏ ਕਿ ਕਿਉਂ ਘਟ ਰਿਹਾ। ਫਿਰ ਟੌਪ ਟੂ ਬਾਟਮ ਤੁਸੀਂ ਸਾਈਜ਼ ਨੂੰ ਕੀ ਲਿਖੋਗੇ, ਇਨਕਰੀਜ਼। ਫਿਰ ਉਸ ਤੋਂ ਬਾਅਦ ਆਨਸਰ ਦੇਵਾਂਗੇ ਥੱਲੇ ਨੂੰ ਜਾਂਦੇ ਹੋਏ ਸਾਈਜ਼ ਕੀ ਹੁੰਦਾ, ਵੱਧ ਰਿਹਾ ਹੈ। ਹੁਣ ਪਹਿਲਾਂ ਅਸੀਂ ਇੱਧਰ ਸਟੱਡੀ ਕਰਦੇ ਹਾਂ, ਜਦੋਂ ਅਸੀਂ ਇੱਧਰ ਸਟੱਡੀ ਕਰਨਾ ਤਾਂ ਇੱਧਰ ਨੂੰ ਨਹੀਂ ਮੋੜਨਾ, ਜਦੋਂ ਇੱਧਰ ਸਟੱਡੀ ਕਰਨੀ ਤਾਂ ਇੱਧਰ ਨੂੰ ਨਹੀਂ ਜਾਣਾ, ਇਸ ਲਈ ਇੱਕ ਚੀਜ਼ ਸਿਲੈਕਟ ਕਰਨੀ ਹੈ। ਸੋ ਪਹਿਲਾਂ ਆਪਾਂ ਪੀਰੀਅਡ ਸਿਲੈਕਟ ਕੀਤਾ, ਆਪਾਂ ਨੇ ਦੇਖਿਆ ਕਿ ਇੱਧਰ ਜਾਂਦੇ ਹੋਏ ਸਾਈਜ਼ ਛੋਟਾ ਹੋਈ ਜਾਂਦਾ, ਤਾਂ ਸਾਡਾ ਆਨਸਰ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਹੁਣ ਦੱਸੋ ਫਿਰ ਆਇਨਾਈਜੇਸ਼ਨ ਐਂਥੈਲਪੀ ਜ਼ਿਆਦਾ ਚਾਹੀਦੀ ਕਿ ਘੱਟ। ਜਿਉਂ ਸਾਈਜ਼ ਛੋਟਾ ਹੋ ਰਿਹਾ, ਦੇਖੋ ਇੱਦਾਂ ਆ, ਵੱਡੇ ਤੋਂ ਕੀ ਹੋ ਰਿਹਾ, ਛੋਟਾ ਹੋ ਰਿਹਾ, ਤਾਂ ਅਟਰੈਕਸ਼ਨ ਕੀ ਹੋ ਰਹੀ ਹੈ, ਵੱਧ ਰਹੀ ਹੈ। इलेक्ट्रॉन रिमूव करना की होएगा, डिफिकल्ट होएगा। आयनाइजेशन एंथैल्पी की होगी, बढ़ूगी। सो याद रखना ये ट्रेंड कि जो असीं लैफ्ट राइट मूव करांगे, रीजन भी देवांगे, साइज डिक्रीज हो रहा है, अट्रैक्शन बढ़ रही है, न्यूक्लियर चार्ज इनक्रीज हो रहा है, नवी स्क्रीन बन नहीं रही, नंबर ऑफ शैल इनक्रीज नहीं हो रहे, जिसकी वजह नाल ये सारे पॉइंट साइज दे है। ਇੱਥੇ ਆਪਾਂ ਭਾਵੇਂ ਸਾਈਜ਼ ਨੂੰ ਡਿਟੇਲ 'ਚ ਨਾ ਲਈਏ, ਕਿਉਂਕਿ ਆਪਾਂ ਆਇਨਾਈਜੇਸ਼ਨ ਐਂਥੈਲਪੀ ਦਾ ਆਨਸਰ ਦੇ ਰਹੇ ਹਾਂ। ਆਪਣਾ ਰੀਜ਼ਨ ਇਹ ਹੋਏਗਾ ਕਿ ਲੈਫਟ ਟੂ ਰਾਈਟ ਮੂਵ ਕਰਨ ਲੱਗੇ ਸਾਈਜ਼ ਡਿਕਰੀਜ਼ ਹੋ ਗਿਆ। ਸਾਈਜ਼ ਡਿਕਰੀਜ਼ ਦਾ ਮੀਨਿੰਗ ਜ਼ਰੂਰ ਲਿਖਾਂਗੇ ਕਿ ਨਿਊਕਲੀਅਰ ਅਟਰੈਕਸ਼ਨ ਇਨਕਰੀਜ਼ ਹੋ ਗਈ ਹੈ, ਜਿਸ ਦੀ ਵਜ੍ਹਾ ਨਾਲ ਸਾਈਜ਼ ਕੀ ਹੋ ਗਿਆ, ਡਿਕਰੀਜ਼ ਹੋ ਗਿਆ। ਹੁਣ ਸਾਈਜ਼ ਡਿਕਰੀਜ਼ ਹੋਣ ਨਾਲ ਆਇਨਾਈਜੇਸ਼ਨ ਐਂਥੈਲਪੀ ਵਿਲ ਇਨਕਰੀਜ਼, ਬਿਕੋਜ਼ in the small size attraction is more, so high amount of energy is required to remove the outermost electron. Clear? So इस करके left to right move करते हुए ionization enthalpy will increase। ये साडा आंसर होएगा कि ionization enthalpy will increase along the period। ਹੁਣ ਤੁਸੀਂ मूव करो ग्रुप ਦੇ ਵਿੱਚ, ग्रुप 'ਚ मैं मूव करना रजे top to bottom। ਇੱਥੇ ਮੇਰਾ आंसर चेंज होएगा क्योंकि टॉप टू बॉटम साइज बढ़ता है। साइज क्यों बदलने लग गया, एटॉमिक नंबर से जंप आ रहा है। ਇਹਦਾ एटॉमिक नंबर है जे 3, ਇਹਦਾ 11, ਇਹਦਾ 19, ਉਹਦੇ ਥੱਲੇ ਹੋਰ ਵੱਧ ਜਾਣੇ ਆ, ਬਲਕਿ ਜ਼ਿਆਦਾ ਵੱਧ ਜਾਣਗੇ ਕਿਉਂਕਿ ਅੱਗੇ ਗੈਪ 18 ਦਾ ਆਉਣਾ ਸ਼ੁਰੂ ਹੋ ਜਾਣਾ ਆਪਣੇ ਕੋਲ। ਸੋ ਇੱਥੇ ਐਟੋਮਿਕ ਨੰਬਰ ਵਧਣ ਦੇ ਨਾਲ ਕੀ ਹੋ ਰਿਹਾ ਹੈ, ਇੱਕ ਵਾਰ ਰੂਬੀਡੀਅਮ, ਸੀਜ਼ੀਅਮ ਹੋਰ ਮੈਂਬਰ ਆਪਾਂ ਲਿਖ ਸਕਦੇ ਹਾਂ ਜੇ ਆਪਾਂ ਸਟੱਡੀ ਹੋਰ ਲੰਬੀ ਕਰਨੀ ਹੈ। ਪਰ ਆਪਾਂ ਇੱਥੋਂ ਵੀ ਕਲੀਅਰ ਕਰ ਦੇਣੀ ਹੈ ਕਿ ਜਦੋਂ ਅਸੀਂ ਨੀਚੇ ਨੂੰ ਜਾ ਰਹੇ ਹਾਂ ਤਾਂ ਐਟੋਮਿਕ ਨੰਬਰ ਇਨਕਰੀਜ਼ ਕਰਨ ਦੇ ਨਾਲ ਸਾਈਜ਼ ਵੱਧ ਰਿਹਾ ਹੈ, ਕਿਉਂਕਿ ਸ਼ੈਲ ਦੀ ਗਿਣਤੀ ਵੱਧ ਰਹੀ ਹੈ, ਨਿਊਕਲੀਅਸ ਦੀ ਅਟਰੈਕਸ਼ਨ ਨੋ ਡਾਊਟ ਵੱਧ ਰਹੀ ਹੈ, ਲੇਕਿਨ ਉਹਦੇ ਇਫੈਕਟ ਨੂੰ ਸਾਡੇ ਸ਼ੈਲ ਕੈਂਸਲ ਕਰ ਰਹੇ ਹੈ ਕਿਉਂਕਿ ਉਹ ਸਕਰੀਨ ਬਣਾ ਰਹੇ ਹੈ। ਜਿੰਨੇ ਸ਼ੈਲ ਵਧੀ ਜਾਣਗੇ ਸਕਰੀਨਿੰਗ ਇਫੈਕਟ ਵੱਧਦਾ ਜਾਏਗਾ, ਉਨਾ ਹੀ ਉਹ ਅਟਰੈਕਸ਼ਨ ਦੇ ਇਫੈਕਟ ਨੂੰ ਘਟਾ ਰਹੇ ਹੈ। ਸੋ ਆਟੋਮੈਟਿਕਲੀ ਥੱਲੇ ਨੂੰ ਜਾਂਦੇ ਹੋਏ ਸਾਈਜ਼ ਕੀ ਹੁੰਦਾ, ਵੱਧਦਾ ਆ। ਸੋ ਹੁਣ ਦੋਨੋਂ ਕਲੀਅਰ ਹੋ ਗਏ ਨਾ, ਲੈਫਟ ਟੂ ਰਾਈਟ ਘਟਦਾ, ਨੀਚੇ ਨੂੰ ਜਾਂਦੇ ਵੱਧਦਾ। ਹੁਣ ਵੱਡੇ ਸਾਈਜ਼ ਦੇ ਵਿੱਚੋਂ ਆਪਾਂ ਨੂੰ ਇਲੈਕਟ੍ਰੋਨਸ, ਸੋ ਨੀਚੇ ਨੂੰ ਜਾਂਦੇ ਹੋਏ ਆਪਾਂ ਗੱਲ ਕਰ ਰਹੇ ਸੀ ਜੀ ਸਾਈਜ਼ ਵੱਧਦਾ। ਹੁਣ ਵੱਡੇ ਸਾਈਜ਼ ਦੇ ਵਿੱਚੋਂ ਫਿਰ ਆਪਾਂ ਨੂੰ ਆਇਨਾਈਜੇਸ਼ਨ ਐਂਥੈਲਪੀ ਘੱਟ ਲੋੜ ਪਏਗੀ, ਕਿਉਂਕਿ ਜਿੰਨਾ ਵੱਡਾ ਸਾਈਜ਼ ਹੋਏਗਾ ਆਪਾਂ ਇਲੈਕਟ੍ਰੋਨ ਈਜ਼ੀਲੀ ਰਿਮੂਵ ਕਰਾਂਗੇ, ਉਹ ਘੱਟ ਅਮਾਊਂਟ ਆਫ એનર્ਜੀ ਸਪਲਾਈ ਕਰਾਂਗੇ। ਸੋ ਨੀਚੇ ਨੂੰ ਜਾਂਦੇ ਹੋਏ ਸਾਡਾ ਆਨਸਰ ਆ ਗਿਆ ਆਇਨਾਈਜੇਸ਼ਨ ਐਂਥੈਲਪੀ ਵਿਲ ਡਿਕਰੀਜ਼। ਹੁਣ ਇੱਥੇ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਜੀ, ਇੱਥੇ ਆਪਾਂ ਜਰਨਲ ਟ੍ਰੈਂਡ ਕਰ ਰਹੇ ਹਾਂ। ਜਰਨਲ ਸਮਝਦੇ ਆ ਨਾ ਕਿ ਓਵਰਆਲ ਇਫੈਕਟ ਜਿਹੜਾ ਕੀ ਹੋਏਗਾ, ਲੇਕਿਨ ਅਗਰ ਅਸੀਂ ਜਦੋਂ +2 'ਚ ਜਾਵਾਂਗੇ ਤਾਂ ਟੇਬਲ ਦੀ ਡਿਟੇਲ ਸਟੱਡੀ ਆ ਜਾਣੀ ਆਪਾਂ ਨੂੰ। +1 ਦੇ ਵਿੱਚ ਆਪਾਂ ਜਰਨਲ ਸਟੱਡੀ ਕਰਦੇ ਹਾਂ, 2 ਦੇ ਵਿੱਚ ਫਿਰ ਆਪਾਂ ਨੂੰ ਡਿਟੇਲ ਕਰਨੀ ਪੈਂਦੀ। ਉੱਥੇ ਤੁਹਾਨੂੰ ਨਾ ਕਈ ਐਕਸੈਪਸ਼ਨਸ ਮਿਲਣਗੀਆਂ। ਐਕਸੈਪਸ਼ਨ ਸਮਝਦੇ ਕਿਹਨੂੰ ਕਹਿੰਦੇ ਆ ਕਿ ਟ੍ਰੈਂਡ ਇੱਦਾਂ ਹੋਣਾ ਚਾਹੀਦਾ ਸੀ, ਵਿੱਚ ਕਿਤੇ ਕਿਤੇ ਚੇਂਜਿਸ ਆਉਣਗੀਆਂ, ਕਿਤੇ ਕਿਤੇ ਤੋਂ ਉਲਟ ਵੀ ਆਏਗਾ, ਉਹਦੇ ਕੁਝ ਅਲੱਗ ਰੀਜ਼ਨਸ ਹੋਣਗੇ ਜਿਹੜੇ ਕਿ ਆਪਾਂ ਇੱਥੇ ਡਿਸਕਸ ਨਹੀਂ ਕਰਾਂਗੇ। ਅਗਰ ਆਪਾਂ ਇੱਥੇ ਉਹ ਵਿੱਚ ਪਾ ਦਿੱਤੇ ਤਾਂ ਆਪਾਂ ਨੂੰ ਟ੍ਰੈਂਡ ਭੁੱਲ ਜਾਣਾ ਕਿ ਅਸੀਂ ਕਿੱਦਾਂ ਹੋਣਾ ਚਾਹੀਦਾ ਸੀ ਔਰ ਇਹ ਕਿਉਂ ਨਹੀਂ ਹੋ ਰਿਹਾ। ਇਸ ਲਈ +1 ਦੇ ਵਿੱਚ ਤੁਸੀਂ ਜਰਨਲ ਟ੍ਰੈਂਡ ਫੋਲੋ ਕਰਨਾ ਆ। ਬੁੱਕ ਦੇ ਵਿੱਚ ਜੋ ਵੀ ਐਕਸੈਪਸ਼ਨਸ ਦਿੱਤੀਆਂ ਉਹ ਫੋਲੋ ਹਲੇ ਸੀ ਨਹੀਂ ਕਰਨੀਆਂ, ਉਹਨੂੰ ਅਸੀਂ ਸਕਿਪ ਕਰਨਾ ਆ ਤਾਂ ਕਿ ਪਹਿਲਾਂ ਸਾਨੂੰ ਇਹ ਪਤਾ ਲੱਗ ਜਾਏ ਕਿ ਐਕਚੁਅਲ 'ਚ ਕਿੱਦਾਂ ਹੁੰਦਾ। ਸੋ ਐਕਚੁਅਲ ਦੇ ਵਿੱਚ ਤੁਸੀਂ ਨੀਚੇ ਨੂੰ ਜਾਓਗੇ ਟੌਪ ਟੂ ਬਾਟਮ, ਆਇਨਾਈਜੇਸ਼ਨ ਐਂਥੈਲਪੀ ਵਿਲ ਡਿਕਰੀਜ਼ ਐਂਡ ਫਰੋਮ ਲੈਫਟ ਟੂ ਰਾਈਟ ਇਟ ਵਿਲ ਇਨਕਰੀਜ਼। ਸੋ ਇਹ ਹੈ ਵੇਰੀਏਸ਼ਨ, ਇਹਨੂੰ ਕਹਿੰਦੇ ਆ ਟ੍ਰੈਂਡ ਇਨ ਪ੍ਰੋਪਰਟੀ ਔਰ ਇਹ ਜ਼ਰੂਰ ਪੁੱਛੇ ਜਾਂਦੇ ਆ। ਕਲੀਅਰ ਜੀ। ਹੁਣ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਇੱਕ ਹੋਰ ਨਵੀਂ ਚੀਜ਼ ਇਹਦੇ ਬਾਰੇ ਹੈਗੀ ਆਇਨਾਈਜੇਸ਼ਨ ਐਂਥੈਲਪੀ ਬਾਰੇ ਕਿ ਤੁਸੀਂ ਇੱਕ ਇਲੈਕਟ੍ਰੋਨ ਵੀ ਕੱਢ ਸਕਦੇ ਆ, ਤੁਸੀਂ 2 ਦੀ ਟਰਾਈ ਵੀ, ਕਿਉਂਕਿ ਕੁਛ ਐਟਮਸ ਆ, ਪਹਿਲੀ ਲਾਈਨ ਹੈ ਜਿਹੜੀ ਇੱਕ ਛੋੜੇਗੀ ਉਹ 'ਚ ਤੁਸੀਂ ਇੱਕ ਕੱਢਣਾ,
दूजी लाइन वाले मैंबर्स 2 छोड़ते हैं, उस तुसी 2 इलैक्ट्रॉन्स रिमूव करना चाहते हैं। तीसरी जिहड़ी है उस 3-3 भी निकलते हैं, पर एक्चुअल दे विच असल च निकल सकते हैं, लेकिन अमाउंट ऑफ एनर्जी उन्ना ज़्यादा तुहानूं देना पैना। पहला एक नूं कड्ढण लई देवांगे, फिर दूजे नूं कड्ढण लई देवांगे, फिर तीजे कोल कड्ढांगे, और जिद्दां जिद्दां तुसीं कड्ढी जाओगे न्यूक्लियस दे नेड़े जाई जाओगे, क्योंकि तुसीं बाहर वाला ही कड्ढना ना। बाहर वाला रिमूव करके तुसीं फिर कित्थे अंदरले चक्कर च आ जाना, अंदर वाली रिमूव करके होर अंदर आ जाना, यानी अट्रैक्शन दे नेड़े आ रहे हैं तो आयनाइजेशन एंथैल्पी वधदी जानी है। सो ਆਪਾਂ ਹੱਦ ਫਸਟ ਜਾਂ ਸੈਕੰਡ ਆਇਨਾਈਜੇਸ਼ਨ ਐਂਥੈਲਪੀ ਤੱਕ ਜਾਂਦੇ ਹਾਂ। ਥਰਡ ਫੋਰਥ ਫਿਫਥ ਅਸੀਂ ਸਪਲਾਈ ਨਹੀਂ ਕਰ ਪਾਉਂਦੇ, ਉਹ ਰਿਮੂਵ ਨਹੀਂ ਹੁੰਦੇ ਇਲੈਕਟ੍ਰੋਨਸ। ਉੱਥੇ ਫਿਰ ਅਸੀਂ ਰਿਮੂਵਲ ਵਾਲਾ ਕੰਸੈਪਟ ਛੋੜ ਕੇ ਸ਼ੇਅਰਿੰਗ ਤੇ ਪਹੁੰਚਦੇ ਹਾਂ। ਜਦੋਂ ਸ਼ੇਅਰਿੰਗ ਦਾ ਵੀ ਤੋਂ ਬਾਅਦ ਅਸੀਂ ਅੱਗੇ ਸ਼ਿਫਟ ਕਰਦੇ ਹਾਂ ਟੇਬਲ ਦੇ ਵਿੱਚ, ਉੱਥੇ ਫਿਰ ਅਸੀਂ ਕੀ ਕਰਦੇ ਹਾਂ, ਗੇਨ ਵਾਲਾ ਸਟਾਰਟ ਕਰਦੇ ਹਾਂ। ਉਹ ਨਵੀਂ ਉਹ ਐਂਥੈਲਪੀ ਅਲੱਗ ਹੋਏਗੀ। ਇੱਥੇ ਅਸੀਂ ਸਿਰਫ ਰਿਮੂਵ ਕਰਨ ਦੀ ਐਂਥੈਲਪੀ ਦੇਖ ਰਹੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਫਸਟ ਤੇ ਸੈਕੰਡ ਲਾਈਨ ਦੇ ਮੈਂਬਰ ਹੀ ਤੁਹਾਡੇ ਇਸ એનર્ਜੀ ਦੇ ਨਾਲ ਆਪਾਂ ਇਲੈਕਟ੍ਰੋਨਸ ਨੂੰ ਰਿਮੂਵ ਕਰ ਪਾਣਗੇ, ਕਿਉਂਕਿ ਪਹਿਲੇ ਮੈਂਬਰਸ ਨੇ ਇੱਕ ਇਲੈਕਟ੍ਰੋਨ ਛੋੜਨਾ, ਦੂਜੇ ਕੋਲ ਬਾਹਰ 2 ਹੈ, ਇਹ ਵੀ 2 ਛੋੜੇਗਾ, तीसरे के बाद 3 आएंगे, ये भी 3 की ट्राई करेगा, लेकिन जो 4 आ जाएंगे तो 4 इलैक्ट्रॉन्स निकालने मुश्किल पाने मुश्किल, 4 वाला मैंबर जोड़ा वो दोनों काम करने तो इनकार करेगा। फिर उस तो बाद असीं 5 वाले को जावांगे, जिहदे पर 5 इलैक्ट्रॉन होंगे, उन्हें 3 गेन करने आ, उहदे लई भी ये डिफिकल्ट होएगा। फिर उस तो बाद आपां आ 2 लाइनां ते जावांगे, भी बेस्ट होणगियां। ਇਹਦੇ ਬਾਹਰ 6 ਹੋਣਗੇ ਇਲੈਕਟ੍ਰੋਨ, ਇਹਦੇ ਬਾਹਰ 7 ਹੋਣਗੇ। 6 ਵਾਲਾ 2 ਲੈਣ ਦੀ ਕੋਸ਼ਿਸ਼ ਈਜ਼ੀਲੀ ਕਰ ਸਕਦਾ, 7 ਵਾਲਾ ਜਿਹੜਾ ਉਹ 1 ਲੈਣ ਦੀ ਕੋਸ਼ਿਸ਼ ਬਹੁਤ ਜ਼ਿਆਦਾ ਈਜ਼ੀਲੀ ਕਰੇਗਾ, ਔਰ ਜਿਹੜੀ ਲਾਸਟ ਲਾਈਨ ਉਹ ਕੁਝ ਵੀ ਨਹੀਂ ਕਰੇਗੀ। ਸੋ ਕਹਿਣ ਦਾ ਮਤਲਬ ਵੀ ਫਸਟ 2 ਲਾਈਨਸ ਆਰ ਵੈਰੀ ਮਚ ਰਿਐਕਟਿਵ, ਐਂਡ ਇਹਨੂੰ ਛੱਡ ਕੇ ਨੋਬਲ ਗੈਸਿਸ ਨੂੰ ਆ 2 ਲਾਈਨਸ 16ਵਾਂ ਗਰੁੱਪ ਤੇ 17ਵਾਂ ਗਰੁੱਪ, ਇਧਰੋਂ ਪਹਿਲਾ ਤੇ ਦੂਜਾ, ਇਹ ਮੈਂਬਰਸ ਬਹੁਤ ਜ਼ਿਆਦਾ ਰਿਐਕਟਿਵਿਟੀ ਸ਼ੋ ਕਰਦੇ ਆ। ਇੱਥੇ એનર્ਜੀਆਂ ਦੇਖ ਪਾਉਂਦੇ ਆ ਆਪਾਂ, ਬਾਕੀ ਜਿਹੜੇ ਆ ਉਹ ਤਾਂ ਇੰਨਾ ਉਹਨਾਂ ਚੋਂ ਨਾ ਕੱਢਣਾ ਤੇ ਪਾਣਾ ਡਿਫਿਕਲਟ ਹੁੰਦੇ ਜਾਂਦੇ ਆ। ਤੇ ਇਸ ਕਰਕੇ ਜਦੋਂ ਅਸੀਂ ਰਿਮੂਵਲ ਦੀ ਕਰਦੇ ਆ ਤਾਂ ਫਸਟ ਐਂਡ ਸੈਕੰਡ ਆਇਨਾਈਜੇਸ਼ਨ ਐਂਥੈਲਪੀ ਦੀ ਨਾਮ ਲੈਂਦੇ ਆ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਰਾਜੇ, ਫਸਟ ਆਇਨਾਈਜੇਸ਼ਨ ਐਂਥੈਲਪੀ ਕੀ ਹੋਏਗੀ, which is required to remove the first electron, outermost electron, it will be first ionization enthalpy। एंड जदों तुसी फिर सैकेंड कढ़ना होगा उस वक्त जिन्नी आयनाइजेशन एंथैल्पी रिक्वायर्ड होएगी इट विल बी सैकेंड आयनाइजेशन एंथैल्पी। इन्हां नूं असीं सक्सेसिव आयनाइजेशन एंथैल्पीज़ दा नाम दिंदे आ कि एक तो बाद दूजे दी, दूजे तो बाद तीजे दी। पर ये याद रखना कि फर्स्ट आयनाइजेशन एंथैल्पी विल बी ऑलवेज लो। पहला इलेक्ट्रॉन कढ़ना सब तो सौखा है, जदों तुसी वो कढ़ोगे उस तो बाद अट्रैक्शन इंक्रीज कर जानी है, क्योंकि पहला मान लो 5 इलैक्ट्रॉन्स 5 प्रोटोन 5 पॉजिटिव चार्ज 5 इलैक्ट्रॉन ਨੂੰ ਖਿੱਚਦਾ ਸੀ, ਇੱਕ ਤੁਸੀਂ ਕੱਢ ਲਿਆ ਤਾਂ ਹੁਣ ਕਿੰਨੇ ਰਹਿ ਗਏ 4। ਹੁਣ ਅਟਰੈਕਸ਼ਨ ਵੱਧ ਗਈ ਨਾ, ਯਾਨੀ ਜਿੰਨੇ ਜਿੰਨੇ ਤੁਸੀਂ ਕੱਢੀ ਜਾਓਗੇ ਅਟਰੈਕਸ਼ਨ ਦੇ ਨੇੜੇ ਚਲੇ ਜਾਓਗੇ। ਸੋ ਫਸਟ ਆਇਨਾਈਜੇਸ਼ਨ ਐਂਥੈਲਪੀ ਵਿਲ ਆਲਵੇਜ਼ ਬੀ ਲੋ ਐਸ ਕੰਪੇਅਰ ਟੂ ਸੈਕੰਡ ਐਂਥੈਲਪੀ। ਪਰ ਅਸੀਂ 2 ਮੈਂਬਰ ਦਾ ਕੰਪੈਰੀਜ਼ਨ ਕਰਕੇ ਇਹਨੂੰ ਹੋਰ ਅੱਛੀ ਤਰ੍ਹਾਂ ਸਟੱਡੀ ਕਰਾਂਗੇ ਕਿ ਇਹ ਆਇਨਾਈਜੇਸ਼ਨ ਐਂਥੈਲਪੀ ਦਾ ਪਹਿਲੀ ਤੇ ਦੂਜੀ ਦਾ ਕੀ ਇਫੈਕਟ ਪੈ ਜਾਂਦਾ। कई बार पहली तो दूजी जी होंगी है ना, सारे मैंबरस की तो इदा चलूगी कि पहली घट होएगी दूजी ज़्यादा, लेकिन कई बार असी एक दूजे नाल कंपेयर करिए तो सानू फर्क नज़र आएगा। फॉर एग्जाम्पल मैं इतने जे 2 मैंबरस लेना चाहूँगी, बेरिलियम मैं सिंपल मैंबर ही यूज़ किए हर जगह पर। सो लिथियम के एटॉमिक नंबर 3 है, इहदा 4 है। मैं इहदा कॉन्फिगरेशन लिखूँगी 1:2s1 3 हो गए, फिर मैं इहदा लिखूँगी 1:2s2। ये दोनों पे किदा टेबल दे विच लिथियम इत्थे पे, क्योंकि एक दा डिफरेंस है ना, बेरिलियम इहदे अगे पिया, आ इन्हां दी स्टेज है टेबल दे विच। क्लीयर जी। हुण मैं आयनाइजेशन एंथैल्पी चेक करना चाहनी, पहले मैं साइज देखूंगी। हुण तुहानूं इत्थों देख के साइज दा आइडिया नहीं होएगा, लेकिन तुसीं पीरियोडिक टेबल तो इहदा आइडिया जरूर लगाओगे कि इत्थे साइज दा चेंज है। देखो पीरियड दे विच आपां लैफ्ट राइट जाने आ, साइज की हुंदा राजे छोटा हुंदा ना। पहले मैं इन्हां दी आयनाइजेशन एंथैल्पी लिखदा तुहानूं। लिथियम की जी फर्स्ट आयनाइजेशन एंथैल्पी है राजे वो 520 है, और यदी पहली जी हैगी 899, जी दूजी है वो 7298, यदी दूजी हैगी 1758। आ तो क्लीयर है सानू कि पहली घट होंदी दूजी की होंदी राजे ज़्यादा होंदी, और ਇਹਦੀ ਜਾਂ ਪਹਿਲੀ ਵੀ ਇੰਨੀ ਹੈ ਤੇ ਦੂਜੀ ਇੰਨੀ, ਇਹਦੀ ਪਹਿਲੀ ਇੰਨੀ ਦੂਜੀ ਇੰਨੀ। ਪਹਿਲਾ ਆਨਸਰ ਤਾਂ ਆਪਾਂ ਨੂੰ ਚਲੋ ਆਲਰੇਡੀ ਕਲੀਅਰ ਹੋ ਜਾਣਾ ਆ, ਕਿਉਂਕਿ ਜਦੋਂ ਤੁਸੀਂ ਲੈਫਟ ਟੂ ਰਾਈਟ ਮੂਵ ਕਰਦੇ ਹੋ ਸਾਈਜ਼ ਕੀ ਹੁੰਦਾ ਰਾਜੇ ਡਿਕਰੀਜ਼। ਤਾਂ ਹੁਣ ਇੱਥੇ ਤੁਸੀਂ ਕਹੋਗੇ ਕਿ ਬੈਰੀਲੀਅਮ ਦਾ ਸਾਈਜ਼ ਕੀ ਹੈ ਰਾਜੇ ਸਮਾਲ ਆ, ਔਰ ਲਿਥੀਅਮ ਦਾ ਸਾਈਜ਼ ਕੀ ਹੈ ਲਾਰਜ ਆ, ਔਰ ਇਹ ਤੁਹਾਨੂੰ ਇੱਥੋਂ ਨਹੀਂ ਦਿਸਣਾ ਹੈਗਾ, ਇਹ ਤੁਹਾਨੂੰ ਟੇਬਲ ਤੋਂ ਨਜ਼ਰ ਆਏਗਾ। सो ध्यान च रखना कि तुसी लैफ्ट टू राइट मैंबर चैक कर लो। अगर मैंबर जिहड़ा तुहाडा राइट वाली साइड से आ गया, इधर नूं मैंबर छोटे हो रहे हैं,
ਕਾਰਨ ਅਸੀਂ ਆਲਰੇਡੀ ਐਕਸਪਲੇਨ ਕਰ ਚੁੱਕੇ ਹਾਂ ਕਿ ਇਲੈਕਟ੍ਰੋਨ ਸੇਮ ਸ਼ੈਲ 'ਚ ਜਾ ਰਹੇ ਆ, ਅਟਰੈਕਸ਼ਨ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ, ਅਟਰੈਕਸ਼ਨ ਦਾ ਇਫੈਕਟ ਵੱਧ ਰਿਹਾ ਕਿਉਂਕਿ ਪੋਜ਼ਿਟਿਵ ਚਾਰਜ ਵੱਧ ਰਿਹਾ। ਹੁਣ ਇੱਥੇ ਪੋਜ਼ਿਟਿਵ ਚਾਰਜ ਜਿਹੜਾ ਜੇ 3 ਹੋਊਗਾ, ਇੱਥੇ ਪੋਜ਼ਿਟਿਵ ਚਾਰਜ 4 ਹੈ, ਤਾਂ ਜਿੰਨਾ ਪੋਜ਼ਿਟਿਵ ਚਾਰਜ ਜ਼ਿਆਦਾ ਉਨੀ ਅਟਰੈਕਸ਼ਨ ਜ਼ਿਆਦਾ। ਸੋ ਆਟੋਮੈਟਿਕਲੀ ਬੇਰੀਲੀਅਮ ਦਾ ਸਾਈਜ਼ ਕੀ ਹੋਏਗਾ, ਛੋਟਾ ਐਜ਼ ਕੰਪੇਅਰ ਟੂ ਲਿਥੀਅਮ। ਸੋ ਬੇਰੀਲੀਅਮ ਦੀ ਆਇਨਾਈਜੇਸ਼ਨ ਇੰਥੈਲਪੀ ਲਿਥੀਅਮ ਦੇ ਨਾਲੋਂ ਕੀ ਹੋਏਗੀ, ਜ਼ਿਆਦਾ। ਉਹ ਸਾਨੂੰ ਸ਼ੋ ਹੋ ਰਹੀ ਹੈ, ਇਹਨੂੰ 520 ਚਾਹੀਦੀ, 899 ਚਾਹੀਦੀ ਪਹਿਲੇ ਇਲੈਕਟ੍ਰੋਨ ਕੱਢਣ ਲਈ, ਲੇਕਿਨ ਸੈਕਿੰਡ ਦੇ ਵਿੱਚ ਚੇਂਜ ਨਹੀਂ ਆ ਗਿਆ। ਸੈਕਿੰਡ 'ਚ ਲਿਥੀਅਮ ਨੂੰ ਜ਼ਿਆਦਾ ਚਾਹੀਦੀ, ਬੇਰੀਲੀਅਮ ਨੂੰ ਘੱਟ ਚਾਹੀਦੀ ਹੈ ਨਾ। ਇਹ ਚੀਜ਼ ਅਸੀਂ ਦੇਖਣਾ ਚਾਹੁੰਦੇ ਹਾਂ ਕਿਉਂ। ਹੁਣ ਮੈਂ ਦੋਨਾਂ ਦਾ ਕਨਫੀਗਰੇਸ਼ਨ ਲਿਖਿਆ ਹੋਇਆ, ਮੈਂ ਤੁਹਾਨੂੰ ਇੱਥੋਂ ਐਕਸਪਲੇਨ ਕਰੂੰਗੀ। ਮੰਨ ਲਓ ਤੁਸੀਂ ਦੋਨਾਂ 'ਚੋਂ ਇੱਕ ਇਲੈਕਟ੍ਰੋਨ ਕੱਢ ਲਿਆ, ਪਹਿਲੀ એનર્ਜੀ ਯੂਜ਼ ਕਰ ਲਈ, ਤੁਸੀਂ ਉਸ ਤੋਂ ਬਾਅਦ ਨਾ ਕੀ ਕਰਨਾ ਹੋਊਗਾ, ਬਾਅਦ ਦਾ ਕਨਫੀਗਰੇਸ਼ਨ ਜ਼ਰੂਰ ਲਿਖਣਾ ਹੋਊਗਾ। ਇੱਥੇ ਮੇਰੇ ਕੋਲ ਬਚ ਗਿਆ 1s2, ਇੱਥੇ ਬਚ ਗਿਆ 1s2 2s1। ਦੇਖੋ ਹੁਣ ਆਨਸਰ ਕਲੀਅਰ ਹੋ ਗਿਆ ਨਾ। ਹੁਣ ਚਾਹੇ ਬੈਰੀਲੀਅਮ ਦਾ ਸਾਈਜ਼ ਛੋਟਾ, ਪ੍ਰੋਬਲਮ ਇਹ ਆ ਗਈ ਆ ਕਿ ਸਾਡੇ ਕੋਲ ਇੱਕ ਇਲੈਕਟ੍ਰੋਨ ਕੱਢਣ ਦੇ ਨਾਲ ਇਹਦਾ ਸ਼ੈਲ ਹੀ ਰਿਮੂਵ ਹੋ ਗਿਆ। ਹੁਣ ਸ਼ੈਲ ਘਟ ਗਿਆ ਤਾਂ ਇਹ ਵੀ ਬੈਰੀਲੀਅਮ ਦੇ ਕੈਟਾਗਰੀ 'ਚ ਵੜ ਗਿਆ, ਹੋ ਗਿਆ ਛੋਟਾ। ਸੋ ਔਰ ਉਸ ਤੋਂ ਦੂਜੀ ਵੱਡੀ ਗੱਲ, ਹੁਣ ਜਿਹੜਾ ਇਹਦੇ ਕੋਲ 1s ਬਚਿਆ ਵੀ ਆ ਉਹ ਵੀ ਪੂਰਾ, ਔਰ ਪੂਰੇ 'ਚੋਂ ਇਲੈਕਟ੍ਰੋਨ ਕੱਢਣਾ ਫਿਰ ਵੀ ਔਖਾ। ਜੇ ਕੋਈ ਕੱਲਾ ਪਿਆ ਉਹ ਛੇਤੀ ਨਿਕਲ ਜਾਂਦਾ ਕਿਉਂਕਿ ਉਹ ਤਾਂ ਨਿਕਲਣ ਨੂੰ ਤਿਆਰ ਹੈ। ਇਹਦੇ ਵਿੱਚ ਕੀ ਰਹਿ ਗਿਆ, ਸਿੰਗਲ ਇਲੈਕਟ੍ਰੋਨ। ਹੁਣ ਇਹ ਉਹ ਇਦਾਂ ਦੀ ਬਣ ਗਈ, ਆ ਦੇਖੋ ਇਹ ਲਿਥੀਅਮ ਵਰਗੀ ਬਣ ਗਈ ਨਾ। ਸੋ ਹੁਣ ਇਹਨੇ ਜਗ੍ਹਾ ਲਿਥੀਅਮ ਦੀ ਲੈ ਲਈ ਇੱਕ ਤਰ੍ਹਾਂ ਦੀ, ਕਿ ਹੁਣ ਇਹਦੇ 'ਚੋਂ ਇਲੈਕਟ੍ਰੋਨ ਕੱਢਣਾ ਕੀ ਹੋਏਗਾ ਰਾਜੇ, ਈਜ਼ੀ ਹੋਏਗਾ। ਇਸ ਲਈ ਸੈਕਿੰਡ ਵਾਰ ਆਪਾਂ ਨੂੰ ਇੱਥੋਂ એનર્ਜੀ ਘੱਟ ਲਾਉਣੀ ਪਊਗੀ, ਇੱਥੋਂ ਕੱਢਣ ਲੱਗੇ ਤੁਹਾਨੂੰ ਡਬਲ ਤੋਂ ਟ੍ਰਿਪਲ ਤੋਂ ਦੇਖੋ ਕਿੰਨੀ ਜ਼ਿਆਦਾ ਲਾਉਣੀ ਪੈ ਰਹੀ ਹੈ। ਇਹਦਾ ਮਤਲਬ ਤੁਸੀਂ ਇਸ ਕੇਸ 'ਚ ਇੱਕ ਇਲੈਕਟ੍ਰੋਨ ਹੀ ਕੱਢ ਸਕਦੇ ਆ, ਦੂਜੇ ਦੀ ਪੋਸੀਬਿਲਿਟੀ ਨਹੀਂ ਹੈਗੀ। ਤਾਂ ਬੇਰੀਲੀਅਮ ਦੋਨੋਂ ਰਿਮੂਵ ਕਰੂਗੀ ਕਿਉਂਕਿ ਦੂਜਾ ਸਾਨੂੰ ਕੱਢਣਾ ਜਿਹੜਾ ਹੈਗਾ ਮਤਲਬ ਇੰਨਾ ਜ਼ਿਆਦਾ ਫਰਕ ਤੇ ਨਹੀਂ ਪਏਗਾ। ਸੋ 2 ਇਲੈਕਟ੍ਰੋਨਸ ਰਿਮੂਵ ਹੋ ਜਾਣਗੇ। ਸੋ ਹੁਣ ਇੱਥੋਂ ਮਤਲਬ ਜਦੋਂ ਇਲੈਕਟ੍ਰੋਨ ਇੱਕ ਕੱਢ ਲਈਏ ਨਾ, ਅਗਰ ਸਾਨੂੰ ਦੂਜੀ ਕੰਪੇਅਰ ਕਰਨ ਨੂੰ ਆ ਗਈ, ਮੰਨ ਲਓ ਮੈਂ ਹੁਣ ਲਿਥੀਅਮ ਤੇ ਬੇਰੀਲੀਅਮ ਦਾ ਕੁਐਸਚਨ ਤੁਹਾਨੂੰ ਦਊਂਗੀ, ਕੰਪੇਅਰ ਕਰੋ ਦੂਜੀ ਕਿਹਦੀ ਜ਼ਿਆਦਾ, ਤਾਂ ਤੁਸੀਂ ਦੋਨਾਂ 'ਚੋਂ ਇੱਕ ਇਲੈਕਟ੍ਰੋਨ ਕੱਢਣ ਤੋਂ ਬਾਅਦ ਵਾਲਾ ਕਨਫੀਗਰੇਸ਼ਨ ਲਿਖ ਲਓ ਔਰ ਫਿਰ ਤੁਸੀਂ ਆਨਸਰ ਚੈੱਕ ਕਰ ਲਓ ਕਿ ਇਹਦੇ ਵਿੱਚ ਜਿਹੜੀ ਆਪਣੇ ਕੋਲ ਫੁੱਲੀ ਫਿਲਡ ਬਣ ਗਿਆ। ਹੁਣ ਇਹ ਉੱਦਾਂ ਵੀ ਇਹਦਾ ਇੱਕੋ ਹੀ ਚੱਕਰ ਰਹਿ ਗਿਆ, ਇਹਦੇ ਆਪਣੇ ਕੋਲ 2 ਸ਼ੈਲ ਲੈ ਗਿਆ ਔਰ ਇਹ ਪੂਰਾ ਵੀ ਹੈ ਨਹੀਂਗਾ, ਇਹ ਨਿਕਲ ਸਕਦਾ। ਸੋ ਇਹਦੀ ਘੱਟ ਹੈ, ਇਹਦੀ ਜ਼ਿਆਦਾ ਹੈ। ਹੋ ਗਿਆ ਕਲੀਅਰ ਹੈ ਜੀ। ਇਸ ਤੋਂ ਬਾਅਦ ਲਾਸਟ ਦੇ ਵਿੱਚ ਤੁਹਾਡੇ ਕੋਲ ਸੋਲਵਡ ਪ੍ਰੋਬਲਮਸ ਆਉਣਗੀਆਂ, ਉਹ ਮੈਂ ਇੱਥੇ ਡਿਸਕਸ ਕਰ ਦਿੰਦੀ ਹਾਂ ਤੁਹਾਨੂੰ। ਇੱਥੋਂ ਤੱਕ ਫਿਰ ਤੁਹਾਡੀ ਆਇਨਾਈਜੇਸ਼ਨ ਇੰਥੈਲਪੀ ਕੰਪਲੀਟ ਹੋ ਜਾਏਗੀ। ਕੱਲ੍ਹ ਦੀ ਇੱਕ એનર્ਜੀ ਆਪਣੇ ਕੋਲ ਹੋ ਰਹੇਗੀ, ਇਲੈਕਟ੍ਰੋਨ ਕੱਢਣ ਦੀ ਹੁਣ ਪਾਉਣ ਵਾਲੀ ਕਰਾਂਗੇ, ਉਹ ਕੱਲ੍ਹ ਕਰਾਂਗੇ। ਤੇ ਉਸ ਤੋਂ ਬਾਅਦ ਇੱਕ ਅੱਧਾ ਟੌਪਿਕ ਤੋਂ ਬਾਅਦ ਇਹ ਲੈਸਨ ਜਿਹੜਾ ਤੁਹਾਡਾ ਕੰਪਲੀਟ ਹੋ ਜਾਏਗਾ। ਫਿਰ ਅਸੀਂ ਜਿਹੜਾ ਹੈਗਾ ਔਨਲੀ ਟੈਸਟ ਸਟਾਰਟ ਕਰ ਲਾਂਗੇ ਔਰ ਵੀਡੀਓਜ਼ ਜਿਹੜੀਆਂ ਸ਼ਾਰਟ ਕਰ ਦਾਂਗੇ, ਯਾਨੀ ਸਿਰਫ ਇੱਕ ਟੌਪਿਕ ਹੀ ਐਕਸਪਲੇਨ ਕਰੂੰਗੀ ਜੇ ਮੈਂ ਬਣਾਈਆਂ, ਉਸ ਤੋਂ ਜ਼ਿਆਦਾ ਨਹੀਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਹੁਣ ਇੱਕ ਅਗਲਾ ਕੁਐਸਚਨ ਹੈਗਾ, ਤੁਸੀਂ ਕਰੋਗੇ ਇਹ क्लोरीन और फ्लोरीन 2 दिते आ, पोटेशियम और आर्गन 1 दिता, क्लोरीन और सल्फर 1 दिता, क्रिप्टॉन और जीनॉन 1 तो पेयर दिता आ, फ्लोरीन ऑक्सीजन एंड नाइट्रोजन 1 तो दिता, मैग्नीशियम फास्फोरस एंड आर्गन 1 तो दिता, बोरोन ਐਲੂਮੀਨੀਅਮ ਐਂਡ ਗੈਲੀਅਮ। ਹੁਣ ਇਹਨਾਂ ਦੇ ਸਾਰਿਆਂ ਦੇ ਵਿੱਚੋਂ ਕੁਐਸਚਨ ਇੱਕੋ ਹੀ ਪੁੱਛਿਆ ਆ। ਪਹਿਲੇ ਕੇਸ ਦੇ ਵਿੱਚ ਪੁੱਛਿਆ ਆਹ ਵਾਲੇ ਕੁਐਸਚਨ ਦੇ ਵਿੱਚ ਕਿ ਇਹਨਾਂ ਦੇ ਵਿੱਚੋਂ ਜਿਹੜੇ ਪੇਅਰ ਬਣਾਏ ਆ, ਦੱਸੋ ਕਿਹਦੀ ਆਇਨਾਈਜੇਸ਼ਨ એનર્ਜੀ ਘੱਟ ਤੇ ਕਿਹਦੀ ਵੱਧ ਹੋਊਗੀ। ਇਹਦੇ ਵਿੱਚ ਜਿਹੜਾ ਪੁੱਛਿਆ ਕੁਐਸਚਨ, ਇਹਦੇ 'ਚ ਇਹ ਦੱਸਿਆ ਵੀ ਲਾਰਜੈਸਟ ਕਿਹਦੀ ਹੋਊਗੀ, ਬਸ ਇੱਕ ਮੈਂਬਰ ਸਿਲੈਕਟ ਕਰਨਾ। ਪਹਿਲਾਂ ਆਪਾਂ ਇਹਨਾਂ ਦੋਵਾਂ 'ਚੋਂ ਕੰਪੇਅਰ ਕਰੀਏ। ਹੁਣ ਪਹਿਲਾ ਐਟੋਮਿਕ ਨੰਬਰ ਜ਼ਰੂਰ ਲਿਖ ਲਿਓ। ਫਲੋਰੀਨ ਦਾ ਰਾਜੇ ਕਿੰਨਾ ਹੁੰਦਾ, 9 17। ਹੁਣ ਇਹਦਾ ਮਤਲਬ 9 ਤੇ 8 ਦਾ ਗੈਪ ਹੈ ਨਾ, ਇਹਦਾ ਮਤਲਬ ਫਲੋਰੀਨ ਤੁਸੀਂ ਚੈੱਕ ਕਰ ਲਓ ਪੀਰੀਓਡਿਕ ਟੇਬਲ 'ਚ ਉੱਪਰ ਪਿਆ, ਕਲੋਰੀਨ ਕਿੱਥੇ ਹੈ, ਨੀਚੇ। ਪੋਟਾਸ਼ੀਅਮ ਦਾ 19, ਆਰਗਨ 18। ਇਹਦਾ ਮਤਲਬ ਪੋਟਾਸ਼ੀਅਮ ਜਿਹੜਾ ਹੈਗਾ ਤੇ 19 ਆਰਗਨ 18 ਨਾ, ਇਹ ਇੱਕ ਦੂਜੇ ਤੋਂ ਇਹ ਦੋਨੋਂ ਅਲੱਗ ਦੱਸਦੀ ਹੈ ਕਿਉਂਕਿ ਇਹ ਤਾਂ ਨੋਬਲ ਗੈਸ ਦਾ ਮੈਂਬਰ ਆ ਗਿਆ। ਠੀਕ ਹੈ, ਇਹ ਅਲੱਗ ਪਏ ਆ। 18 ਇੱਥੇ ਖਤਮ ਹੋਊਗਾ, 19 ਤੋਂ ਨਵੀਂ ਲਾਈਨ ਸਟਾਰਟ ਹੋਏਗੀ, ਯਾਨੀ ਇੱਕ ਲਾਸਟ 'ਚ ਪਿਆ, ਇੱਕ ਤੁਹਾਡਾ ਪਹਿਲੀ ਲਾਈਨ 'ਚ ਪਿਆ। ਆਹ ਪਹਿਲੀ ਲਾਈਨ ਦਾ ਮੈਂਬਰ ਹੈ। ਪੋਟਾਸ਼ੀਅਮ ਇੱਥੇ ਆ ਜਾਊਗਾ, ਆਰਗਨ ਤੁਹਾਡੀ ਉੱਪਰ ਖਤਮ ਹੋਏਗੀ 18, ਫਿਰ ਇਹ ਸਟਾਰਟ ਹੋਏਗਾ 19। ਕਲੋਰੀਨ 17 ਆ, ਸਲਫਰ ਆਪਣੇ ਕੋਲ 16 ਆ। ਇਹਦਾ ਮਤਲਬ ਸਲਫਰ ਉੱਪਰ ਪਈ ਆ, ਕਲੋਰੀਨ ਉਹਦੇ ਨੀਚੇ ਹੈਗੀ ਆ। ਨਹੀਂ ਸੌਰੀ ਉੱਪਰ ਨੀਚੇ ਨਹੀਂ, ਇੱਕ ਦਾ ਗੈਪ ਆ, ਸਲਫਰ ਮੋਰੇ ਕਲੋਰੀਨ ਪਿੱਛੇ, ਇੱਕ ਦੇ ਗੈਪ ਤੇ ਆਪਾਂ ਨਾਲ ਰੱਖਣੇ ਆ। ਉੱਤੇ ਤੋਂ ਥੱਲੇ ਆਪਾਂ ਜ਼ਿਆਦਾ ਗੈਪ ਲਵਾਂਗੇ, ਜਿੱਦਾਂ 9 ਤੇ 17 ਵਾ, 8 ਦਾ ਗੈਪ ਆ। ਇਹ ਦੋਨੋਂ ਹਾਈਡਰੋਜਨ ਫੈਮਿਲੀ ਦੇ ਮੈਂਬਰ ਹੈ। ਇਹ ਅਸੀਂ ਉੱਪਰ ਤੋਂ ਨੀਚੇ ਬਣਾਏ ਆ, ਇਹ ਅਸੀਂ ਪੀਰੀਅਡਸ ਲਏ ਆ, ਗਰੁੱਪ ਦੇ ਮੈਂਬਰ ਆ। ਹੁਣ ਕ੍ਰਿਪਟੋਨ ਤੇ ਜ਼ੀਓਨ ਆ, ਕ੍ਰਿਪਟੋਨ ਤੇ ਜ਼ੀਓਨ ਦਾ ਵੀ ਜਿਹੜਾ 18 ਦਾ ਫਰਕ ਹੋਏਗਾ, ਐਟੋਮਿਕ ਨੰਬਰ 36 ਤੇ ਇਹਦਾ 55 ਆ। ਇਹ ਵੀ ਇੱਕ ਦੂਜੇ ਦੇ ਨੀਚੇ ਪਏ ਆ ਗਰੁੱਪ ਦੇ ਵਿੱਚ।
ਹੁਣ ਇੱਥੋਂ ਤੁਸੀਂ ਜਦੋਂ ਪੋਜੀਸ਼ਨ ਪਤਾ ਲੱਗ ਜਾਂਦੀ ਹੈ ਨਾ, ਫਿਰ ਅਸੀਂ ਆਇਨੇਸ਼ਨ ਐਂਥੈਲਪੀ ਦਾ ਆਂਸਰ ਕਲੀਅਰ ਦੇ ਦਾਂਗੇ। ਹੁਣ ਇਹਨਾਂ ਦੋਵਾਂ ਦੇ ਵਿੱਚੋਂ ਦੇਖੋ, ਇਹਦਾ ਮਤਲਬ ਉੱਪਰ ਤੋਂ ਥੱਲੇ ਜਾ ਰਹੇ, ਸਾਈਜ਼ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ, ਸ਼ੈਲ ਵੱਧ ਰਿਹਾ। ਇਸ ਆਇਨੇਸ਼ਨ ਐਂਥੈਲਪੀ ਕਿਹਦੀ ਲੋ ਹੋਏਗੀ ਰਾਜੇ, ਫਲੋਰੀਨ ਦੀ। ਅਗਰ ਲੋ ਪੁੱਛੀ ਹੈ ਫਲੋਰੀਨ ਦੀ, ਹਾਈ ਪੁੱਛੀ ਹੈ ਤਾਂ ਕਲੋਰੀਨ ਦੀ। ਸੌਰੀ ਆਇਨੇਸ਼ਨ ਐਂਥੈਲਪੀ ਹਾਈ ਕਿਹਦੀ ਹੋਏਗੀ, ਫਲੋਰੀਨ ਦੀ, ਕਿਉਂਕਿ ਸਾਈਜ਼ ਕਿਹਦਾ ਛੋਟਾ ਹੈ, ਫਲੋਰੀਨ ਦਾ। ਫਲੋਰੀਨ ਦੇ ਵਿੱਚ ਇੱਕ ਸ਼ੈਲ ਘੱਟ ਹੈਗਾ ਔਰ ਕਲੋਰੀਨ 'ਚ ਇੱਕ ਸ਼ੈਲ ਜ਼ਿਆਦਾ। ਬਣਾ ਕੇ ਦੇਖ ਲਿਓ, ਫਲੋਰੀਨ ਦਾ ਐਟੋਮਿਕ ਨੰਬਰ 9 ਆ, ਤੁਹਾਡੇ ਕੋਲ 2 ਹੀ ਸ਼ੈਲ ਬਣਨੇ ਆ। ਕਲੋਰੀਨ ਦਾ ਐਟੋਮਿਕ ਨੰਬਰ 17, 3 ਬਣ ਜਾਣਗੇ। ਔਰ ਕਨਫੀਗਰੇਸ਼ਨ ਦੋਨਾਂ ਦਾ ਆਲਮੋਸਟ ਸੇਮ ਹੈਗਾ, ਇੱਕ ਦੂਜੇ ਦੇ ਨੀਚੇ ਪਏ ਆ, ਤੇ ਨੀਚੇ ਨੂੰ ਜਾਂਦੇ ਸਾਈਜ਼ ਵੱਧਦਾ, ਉਹਦੇ ਨਾਲ ਆਇਨੇਸ਼ਨ ਐਂਥੈਲਪੀ ਕੀ ਆ, ਘਟ ਜਾਂਦੀ ਹੈ। ਸੈਕੰਡ ਕੇਸ ਆ ਗਿਆ ਪੋਟਾਸ਼ੀਅਮ ਤੇ ਆਰਗਨ ਚੋਂ। ਇਹਦਾ ਆਂਸਰ ਅਸੀਂ ਬਿਨਾਂ ਦੇਖੇ ਦੇਵਾਂਗੇ। ਆਰਗਨ ਇਜ਼ ਏ ਨੋਬਲ ਗੈਸ, ਸੋ ਨੋਬਲ ਗੈਸ ਦੀ ਤਾਂ ਹਾਈ ਹੋਣੀ ਹੈ। ਪੋਟਾਸ਼ੀਅਮ ਦੀ ਕੀ ਹੋ ਜਾਏਗੀ, ਉਹਦੇ ਕੰਪੈਰੀਜ਼ਨ ਚ ਲੋ ਦਾ ਵੀ ਪਹਿਲੀ ਲਾਈਨ ਦੀ ਲੋ ਹੀ ਹੁੰਦੀ ਹੈ, ਉਧਰ ਨੂੰ ਵੱਧਦੀ ਹੈ, ਪਹਿਲੀ ਲਾਈਨ ਦੀ ਤਾਂ ਘੱਟ ਹੀ ਹੁੰਦੀ ਹੈ, ਕਿਉਂਕਿ ਪਹਿਲੀ ਲਾਈਨ ਵਾਲਿਆਂ ਦਾ ਸਾਈਜ਼ ਸਭ ਤੋਂ ਵੱਡਾ ਹੈ। ਹੁਣ ਸਲਫਰ ਮੂਹਰੇ ਆ ਗਿਆ, ਕਲੋਰੀਨ ਪਿੱਛੇ ਆ ਗਿਆ, ਪੀਰੀਅਡ ਨੂੰ ਜਾਂਦੇ ਹੋਏ ਇਧਰੋਂ ਸਾਈਜ਼ ਘਟਦਾ। ਹੁਣ ਕਿਹਦੀ ਤੁਹਾਨੂੰ ਜ਼ਿਆਦਾ ਹੋਊਗੀ, ਕਲੋਰੀਨ ਦੀ ਰਾਜੇ ਹਾਈ ਹੋ ਜਾਏਗੀ, ਸਲਫਰ ਦੀ ਕੀ ਹੋ ਜਾਏਗੀ, ਲੋ, ਕਿਉਂਕਿ ਕਲੋਰੀਨ ਦਾ ਸਾਈਜ਼ ਛੋਟਾ ਹੋ ਗਿਆ ਸਲਫਰ ਦੇ ਨਾਲੋਂ। ਫਿਰ ਆ ਗਿਆ ਕ੍ਰਿਪਟੋਨ ਤੇ ਜ਼ੀਨੋਨ ਨੀਚੇ ਪਿਆ, ਨੀਚੇ ਨੂੰ ਸਾਈਜ਼ ਵੱਧਦਾ ਆ, ਸੋ ਵੱਧ ਹੋਣ ਕਰਕੇ ਜ਼ੀਨੋਨ ਦੀ ਤੁਹਾਨੂੰ ਲੋ ਹੋਏਗੀ, ਕ੍ਰਿਪਟੋਨ ਦੀ ਕੀ ਹੋਏਗੀ, ਤੁਹਾਡੇ ਕੋਲ ਹਾਈ ਹੋਏਗੀ। ਠੀਕ ਹੈ ਨਾ ਜੀ। ਇਹ ਸਾਡੀਆਂ ਜਿਹੜੀਆਂ ਹੈਗੀਆਂ ਆਪਣੇ ਕੋਲ ਨੋਬਲ ਗੈਸਿਸ ਹੈ। ਪਰ ਇਹਨਾਂ ਦੇ ਵਿੱਚੋਂ ਉੱਦਾਂ ਇਲੈਕਟ੍ਰੋਨ ਨਿਕਲਦਾ ਨਹੀਂ ਹੈਗਾ ਨੋਬਲ ਗੈਸਿਸ ਚੋਂ, ਤਾਂ ਪਰ ਉੱਦਾਂ ਜੇ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਵੇ ਤਾਂ ਆਨਸਰ ਤਾਂ ਆਪਾਂ ਨੂੰ ਦੇਣਾ ਪਏਗਾ। ਠੀਕ ਹੈ ਨਾ ਜੀ। ਸੋ ਇਹ ਆਪਣੇ ਕੋਲ ਇਹਨਾਂ ਦੋਨਾਂ ਦਾ ਹੋ ਗਿਆ। ਸੋ ਇਹ ਕੰਪੈਰੀਜ਼ਨ ਹੋ ਗਿਆ ਤੁਹਾਡੇ ਕੋਲ। ਉਸ ਤੋਂ ਬਾਅਦ ਹੁਣ ਆ ਗਿਆ ਕੁਐਸਚਨ ਆ ਵਾਲਾ, ਫਲੋਰੀਨ, ਆਕਸੀਜਨ ਤੇ ਨਾਈਟ੍ਰੋਜਨ। ਇਹ ਚੋਂ ਮੈਂ ਤੁਹਾਨੂੰ ਆਕਸੀਜਨ ਤੇ ਨਾਈਟ੍ਰੋਜਨ ਅਲੱਗ ਐਕਸਪਲੇਨ ਕਰੂੰਗੀ। ਪਹਿਲਾਂ ਇਹ ਤਿੰਨਾਂ ਚੋਂ ਦੇਖ ਲਓ, ਤਿੰਨਾਂ ਦੇ ਵਿੱਚੋਂ ਤੁਸੀਂ ਇਹ ਦੇਖ ਲਓ ਕਿੱਦਾਂ ਲਾਈਨ 'ਚ ਪਈ ਆ। ਇਹ ਨਾਈਟ੍ਰੋਜਨ ਸਭ ਤੋਂ ਮੂਹਰੇ ਆਊਗਾ, ਐਟੋਮਿਕ ਨੰਬਰ 7, ਆਕਸੀਜਨ 8, ਫਲੋਰੀਨ 9। ਹੁਣ ਚੈੱਕ ਕਰ ਲਓ, ਇੱਧਰ ਨੂੰ ਜਾਂਦੇ ਸਾਈਜ਼ ਘਟਦਾ ਆ, ਇਹ ਤਾਂ ਆਲਰੇਡੀ ਆਪਾਂ ਦੇਖ ਚੁੱਕੇ। ਫਿਰ ਕਿਹਦੀ ਆਇਨੇਸ਼ਨ ਐਂਥੈਲਪੀ ਸਭ ਤੋਂ ਜ਼ਿਆਦਾ ਨਿਕਲੂਗੀ, ਤੁਹਾਡੇ ਕੋਲ ਫਲੋਰੀਨ। ਆਂਸਰ ਕੀ ਆਏਗਾ, ਫਲੋਰੀਨ। ਇੱਥੇ ਲਾਰਜ ਪੁੱਛੀ ਹੈ ਕਿਹਦੀ ਹੈ। ਦੂਜਾ ਪੇਅਰ ਮੈਗਨੀਸ਼ੀਅਮ, ਪੋਟਾਸ਼ੀਅਮ, ਆਰਗਨ। ਆਰਗਨ ਤੁਹਾਨੂੰ ਪਤਾ ਨੋਬਲ ਗੈਸ ਆ ਗਈ, ਨੋਬਲ ਗੈਸ ਦੀ ਵੈਸੇ ਵੀ ਸਭ ਤੋਂ ਜ਼ਿਆਦਾ ਹੋਏਗੀ ਉਹ ਪੇਅਰ, ਇਸ ਕਰਕੇ ਇਹ ਨੋਬਲ ਗੈਸ ਹੋਣ ਕਰਕੇ ਦਾ ਆਂਸਰ ਹੋਏਗਾ ਕਿ ਇਟ ਹੈਵ ਲਾਰਜੈਸਟ ਆਇਨੇਸ਼ਨ ਐਂਥੈਲਪੀ, ਕਿਉਂਕਿ ਇਹ ਫੁੱਲੀ ਫਿਲਡ ਹੋਊਗੀ, ਬਾਕੀ ਇਹ ਤੁਹਾਡੀ ਫੁੱਲੀ ਫਿਲਡ ਨਹੀਂ ਹੈਗੀਆਂ। ਬੋਰੋਨ, ਐਲੂਮੀਨੀਅਮ ਤੇ ਗੈਲੀਅਮ। ਬੋਰੋਨ ਐਟੋਮਿਕ ਨੰਬਰ 5 ਆ, 13 ਆ, ਗੈਲੀਅਮ ਦਾ 31 ਆ। ਇਹ ਤੁਹਾਡੇ ਮੈਨੂੰ ਲੱਗਦਾ ਤਿੰਨੇ ਗਰੁੱਪ 'ਚ ਪਏ ਥੱਲੇ ਨੂੰ, ਯਾਨੀ ਬੋਰੋਨ, ਫਿਰ ਐਲੂਮੀਨੀਅਮ, ਫਿਰ ਗੈਲੀਅਮ। ਸੋ ਆਹ ਤਿੰਨਾਂ ਦਾ ਜਿਹੜਾ ਫਰਕ ਹੋਏਗਾ, ਬੋਰੋਨ ਐਟੋਮਿਕ ਨੰਬਰ 5, 8, 5, 13, ਇਹਦਾ ਆ ਗਿਆ ਤੁਹਾਡਾ ਹੋਰ 8 ਐਡ ਕੀਤੇ, 8, 3, 11। ਗੈਲੀਅਮ ਦਾ ਇਹ ਮੈਂਬਰ ਆਪਾਂ ਨੂੰ ਨਾ ਮੈਨੂੰ ਲੱਗਦਾ ਇੱਕ ਗੈਪ ਤੇ ਦਿੱਤਾ ਹੋਇਆ, ਚਲੋ ਉੱਦਾਂ ਇਹਦੇ ਥੱਲੇ ਹੀ ਆ ਜਾਣਾ, ਇਹ ਇਸੇ ਲਾਈਨ ਦਾ ਮੈਂਬਰ ਹੈ ਇਹ। ਸੋ ਇਹਨਾਂ ਤਿੰਨਾਂ ਦੇ ਵਿੱਚੋਂ ਕਿਹਦੀ ਲਾਰਜੈਸਟ ਹੋਏਗੀ, ਜਿਹੜਾ ਸਾਰਿਆਂ ਤੋਂ ਛੋਟਾ, ਇਹਦਾ ਆਂਸਰ ਕੀ ਟਿਕ ਕਰੋਗੇ, ਬੋਰੋਨ। ਸੋ ਜਿਹੜਾ ਸਾਈਜ਼ ਛੋਟਾ ਉਹਦੀ ਆਇਨੇਸ਼ਨ ਐਂਥੈਲਪੀ ਸਭ ਤੋਂ ਜ਼ਿਆਦਾ, ਇਹ ਲਾਰਜੈਸਟ ਪੁੱਛੀ। ਹੁਣ ਮੈਂ ਇੱਕ ਕਲੀਅਰ ਕਰਦੀ ਹਾਂ ਤੁਹਾਨੂੰ, ਆਹ ਕੁਐਸਚਨ ਕਈ ਵਾਰੀ ਬਹੁਤ ਵਾਰੀ ਪੁੱਛਦੇ ਆ, ਫਿਰ ਆਪਾਂ ਇਹ ਟੌਪਿਕ ਕਲੋਜ਼ ਕਰ ਦਾਂਗੇ ਕਿ ਇਹਨਾਂ ਤਿੰਨਾਂ ਦੇ ਵਿੱਚ ਨਾ ਮਤਲਬ ਥੋੜੀ ਜਿਹੀ ਚੇਂਜ ਆਉਂਦੀ ਹੈ। ਚੇਂਜ ਕਿਉਂ ਆ ਰਹੀ ਹੈ, ਥੋੜਾ ਜਿਹਾ ਫਰਕ ਪੈਂਦਾ। ਪਹਿਲਾਂ ਤਾਂ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹਨਾਂ ਦੀ ਪੋਜੀਸ਼ਨ ਦੇ ਹਿਸਾਬ ਤੇ ਫਲੋਰੀਨ ਦੀ ਸਭ ਤੋਂ ਹਾਈ ਚਾਹੀਦੀ ਹੈ, ਦੂਜਾ ਨੰਬਰ ਆ ਰਿਹਾ ਆਪਣੇ ਕੋਲ ਆਕਸੀਜਨ ਦਾ, ਤੀਸਰਾ ਨੰਬਰ ਕਿਹਦਾ ਹੈ, ਨਾਈਟ੍ਰੋਜਨ। ਇਹਦੀ ਸਭ ਤੋਂ ਹਾਈ, ਇਹਦੀ ਉਹ ਤੋਂ ਘੱਟ, ਇਹਦੀ ਉਹ ਤੋਂ। ਪਰ ਇੱਥੇ ਪ੍ਰੋਬਲਮ ਆਉਂਦੀ ਹੈ, ਤੁਸੀਂ ਇਹਨਾਂ ਦੋਨਾਂ ਦਾ ਕਨਫੀਗਰੇਸ਼ਨ ਲਿਖ ਕੇ ਦੇਖੋ। 1:2, 2:2, ਆਕਸੀਜਨ 8 ਹੈ ਆਪਣੇ ਕੋਲ। 2p ਦੇ ਵਿੱਚ ਤੁਹਾਡੇ ਕੋਲ ਕਿੰਨੇ ਆ ਗਏ ਰਾਜੇ, 2 ਤੇ 2, 4 ਤੇ 4। ਹੁਣ ਮੈਂ ਲਿਖਦੀ ਹਾਂ, ਇਹ ਲਿਖਿਆ ਆਕਸੀਜਨ ਦਾ, ਹੁਣ ਨਾਈਟ੍ਰੋਜਨ ਦਾ 1:2, 2:2, 2p 'ਚ ਮੇਰੇ ਕੋਲ ਆ ਜਾਣੇ ਆ 3, ਇੱਕ ਘਟ ਗਿਆ ਨਾ, 3 2 5 2 7। ਹੁਣ ਦੇਖੋ p ਦੇ ਵਿੱਚ ਨਾ ਥੋੜਾ ਜਿਹਾ ਪ੍ਰੋਬਲਮ ਆਈ ਆ, ਆਹ p ਹਾਫ ਫਿਲਡ ਬਣ ਗਈ, ਜਦ ਕਿ ਇਹਦੀ ਹਾਫ ਫਿਲਡ ਨਹੀਂ ਹੈਗੀ। ਇਹਦੇ 'ਚ 4 ਹੈ ਨਾ, 2 1 'ਚ ਆ ਜਾਣਗੇ 1। ਸੋ ਆਹ ਕਨਫੀਗਰੇਸ਼ਨ ਹੋਣ ਕਰਕੇ ਮੈਂ ਤੁਹਾਨੂੰ ਇਹ ਰੀਜ਼ਨ ਦੱਸਿਆ ਸੀ ਨਾ ਕਿ ਜਿੱਥੇ ਹਾਫ ਫਿਲਡ ਕਨਫੀਗਰੇਸ਼ਨ ਆ ਗਿਆ ਪ੍ਰੋਬਲਮ ਆਏਗੀ, ਉੱਥੇ ਸਾਈਜ਼ ਵੀ ਨਹੀਂ ਦੇਖਿਆ ਜਾਊਗਾ, ਉੱਥੇ ਕਨਫੀਗਰੇਸ਼ਨ ਦੇਖਣਾ ਪੈਣਾ ਆਪਾਂ ਨੂੰ। ਤਾਂ ਇਹਦੀ ਆਇਨੇਸ਼ਨ ਐਂਥੈਲਪੀ ਦੇਖੋ, ਇਹ ਕੁਐਸਚਨ ਮੈਂ ਕਰਵਾਉਣਾ ਵੀ ਸੀ, ਕੁਦਰਤੀ ਇੱਥੇ ਆ ਗਿਆ ਕਿ ਆਕਸੀਜਨ ਤੇ ਨਾਈਟ੍ਰੋਜਨ 'ਚ ਚੇਂਜ ਆ ਜਾਂਦੀ ਹੈ। ਹੁਣ ਸਾਈਜ਼ ਦੇ ਅਕੋਰਡਿੰਗ ਨਾਈਟ੍ਰੋਜਨ ਜਿਹੜੀ ਹੈਗੀ ਆ ਉਹਦਾ ਨੰਬਰ ਮੋਰੇ ਆ, ਸਾਈਜ਼ ਦੇ ਅਕੋਰਡਿੰਗ ਨਾਈਟ੍ਰੋਜਨ ਜਿਹੜੀ ਹੈਗੀ ਆ ਉਹ ਸਾਡੇ ਕੋਲ ਵੱਡੀ ਹੈਗੀ ਆ ਆਕਸੀਜਨ ਦੇ ਨਾਲੋਂ। ਠੀਕ ਹੈ, ਔਰ ਆਕਸੀਜਨ ਵੱਡੀ ਆ ਫਲੋਰੀਨ ਤੋਂ। ਹੁਣ ਜਿਹੜੀ ਸਭ ਤੋਂ ਛੋਟੀ ਆ ਉਹਦੇ ਲਈ એનર્ਜੀ ਜ਼ਿਆਦਾ ਚਾਹੀਦੀ ਹੈ ਨਾ, ਤਾਂ ਉਸ ਤੋਂ ਘੱਟ ਆਕਸੀਜਨ ਲਈ ਚਾਹੀਦੀ ਨਾਈਟ। ਪਰ ਆਕਸੀਜਨ ਤੇ ਨਾਈਟ੍ਰੋਜਨ ਦਾ ਟ੍ਰੈਂਡ ਚੇਂਜ ਹੋ ਜਾਂਦਾ, ਫਲੋਰੀਨ ਤਾਂ ਆਪਣੀ ਜਗ੍ਹਾ ਤੇ ਰਹਿੰਦੀ ਹੈ। ਸੋ ਕਹਿਣ ਦਾ ਮਤਲਬ ਮੇਰਾ ਇਹ ਹੋਇਆ ਕਿ ਸਭ ਤੋਂ ਵੱਧ ਫਲੋਰੀਨ ਨੂੰ ਚਾਹੀਦੀ ਹੈ, ਫਿਰ ਨਾਈਟ੍ਰੋਜਨ ਦਾ ਨੰਬਰ ਆ ਜਾਂਦਾ, ਨਾਈਟ੍ਰੋਜਨ ਵਿੱਚ ਵੜ ਗਈ। ਕਿਉਂ? ਡਿਊ ਟੂ ਹਾਫ ਫਿਲਡ ਕਨਫੀਗਰੇਸ਼ਨ।
ਇਹਦੀ ਆਇਨੇਸ਼ਨ ਐਂਥੈਲਪੀ ਵਿਲ ਬੀ ਮੋਰ ਐਜ਼ ਕੰਪੇਅਰ ਟੂ ਆਕਸੀਜਨ। ਚਾਹੇ ਸਾਈਜ਼ ਦੇ ਵਿੱਚ ਇਹ ਵੱਡੀ ਹੈ, ਇਹ ਛੋਟਾ ਆ, ਉਹਦੇ ਬਾਵਜੂਦ ਵੀ ਇਹਦਾ ਹਾਫਲ ਕਨਫੀਗਰੇਸ਼ਨ ਹੋਣ ਕਰਕੇ ਇਹਦੀ ਆਇਨੇਸ਼ਨ ਐਂਥੈਲਪੀ ਆਕਸੀਜਨ ਤੋਂ ਚੇਂਜ ਹੋ ਜਾਂਦੀ ਹੈ। ਸੋ ਮੈਂ ਦੱਸਿਆ ਸੀ ਤੁਹਾਨੂੰ ਐਕਸੈਪਸ਼ਨਸ ਆਉਂਦੀਆਂ ਟੇਬਲ ਦੇ ਵਿੱਚ। ਸੋ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਕਿ ਤੁਹਾਨੂੰ ਟ੍ਰੈਂਡ ਪੁੱਛਿਆ ਜਾਂਦਾ ਕਿ ਤੁਸੀਂ ਇਹਨੂੰ ਸੀਕੁਐਂਸ ਦੇ ਵਿੱਚ ਕਿੱਦਾਂ ਦੱਸੋਗੇ, ਤਾਂ ਇਹ ਟ੍ਰੈਂਡ ਆਪਾਂ ਸ਼ੋ ਕਰਨਾ ਹੈ। ਠੀਕ ਹੈ, ਇਸ ਟ੍ਰੈਂਡ ਨੂੰ ਤੁਸੀਂ ਜਿੱਦਾਂ ਮਰਜ਼ੀ ਸ਼ੋ ਕਰ ਸਕਦੇ ਆ। ਇਹ ਯਾਦ ਰੱਖਣਾ ਵੀ ਆਕਸੀਜਨ ਦੇ ਨਾਲੋਂ ਮੋਰੇ ਕੌਣ ਆ ਜਾਊਗੀ, ਨਾਈਟ੍ਰੋਜਨ। ਅਗਰ ਅਸੀਂ ਆਕਸੀਜਨ ਸੈਂਟਰ 'ਚ ਰੱਖਣੀ ਹੈ, ਫਿਰ ਐਰੋ ਧਿਆਨ ਨਾਲ ਲਾਉਣੇ ਆ। ਕਈ ਵਾਰ ਪੇਪਰ 'ਚ ਇੱਦਾਂ ਲਾ ਦਿੰਦੇ ਆ, ਦੱਸੋ ਇਹ ਠੀਕ ਹੈ ਕਿ ਗਲਤ। ਫਲੋਰੀਨ ਦੀ ਜਿੱਧਰ ਐਰੋ ਖੁੱਲਿਆ ਹੋਊਗਾ ਉਹਦੀ ਆਇਨੇਸ਼ਨ ਐਂਥੈਲਪੀ ਜ਼ਿਆਦਾ। ਇੱਥੇ ਮੈਂ ਆਕਸੀਜਨ ਪਾਤੀ, ਫਿਰ ਇੱਥੇ ਮੈਂ ਕੀ ਪਾਤੀ, ਨਾਈਟ੍ਰੋਜਨ। ਦੇਖੋ ਤਾਂ ਵੀ ਠੀਕ ਆ, ਐਰੋ ਧਿਆਨ ਰੱਖਿਓ। ਇਹ ਸ਼ੋ ਕਰਦੇ ਆ ਫਲੋਰੀਨ ਦੀ ਸਭ ਤੋਂ ਜ਼ਿਆਦਾ, ਨਾਈਟ੍ਰੋਜਨ ਦੀ ਆਕਸੀਜਨ ਤੋਂ ਜ਼ਿਆਦਾ, ਆਕਸੀਜਨ ਸੈਂਟਰ 'ਚ ਆ ਗਈ। ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਨੂੰ ਸਪੈਸ਼ਲੀ ਨੋਟ ਕਰ ਲਿਓ। ਓਕੇ ਰਾਜੇ, ਆਲ ਦਾ ਬੈਸਟ। और रिस्पॉन्स मैंने दे दियो कि तुसी देख ली वीडियो और समझ आ गई।